ਦੁਨੀਆ ਭਰ ਦੇ ਸਾਰੀਆਂ ਸਕ੍ਰਿਪਚਰਸ ਸਾਰੇ ਧਰਮ ਗ੍ਰੰਥਾਂ 'ਤੇ ਲਾਗੂ ਹੁੰਦੀ ਹੈ ਕਿ ਕੋਈ ਵੀ ਜਿਹੜਾ ਟੈਕਸਟ ਹੈ, ਕੋਈ ਵੀ ਜਿਹੜਾ ਸੈਕਰਡ ਟੈਕਸਟ ਹੈ, ਪਵਿੱਤਰ ਪਾਠ ਹੈ, ਉਸ ਨੂੰ ਉਵੇਂ ਹੀ ਪੜ੍ਹਿਆ ਜਾਂਦਾ ਜਿਵੇਂ ਉਹ ਲਿਖਿਆ ਹੁੰਦਾ ਹੈ। ਇਹ ਜਿਹੜੇ ਧਰਮ ਗ੍ਰੰਥ ਨੇ ਜਾਂ ਗੁਰਬਾਣੀ ਆ ਜੀ, ਗੁਰਬਾਣੀ ਉਸੇ ਤਰ੍ਹਾਂ ਹੀ ਪੜ੍ਹਨੀ ਚਾਹੀਦੀ ਹੈ ਜਾਂ ਪੜ੍ਹੀ ਜਾ ਸਕਦੀ ਹੈ ਜਿਸ ਤਰ੍ਹਾਂ ਉਹ ਲਿਖੀ ਹੋਈ ਕਿ ਜੋ ਮਹਾਰਾਜ ਨੇ ਲਿਖਿਆ ਹੈ ਉਹ ਜਿਵੇਂ ਲਿਖਿਆ ਹੈ ਅਸੀਂ ਉਵੇਂ ਹੀ ਗਾਉਣਾ ਪੜ੍ਹਨਾ ਹੈ। ਨਹੀਂ ਜੇ ਕੇਵਲ ਉਚਾਰ ਕੇ ਹੀ ਇਹਨਾਂ ਨੂੰ ਸਪਸ਼ਟ ਕਰਨਾ ਹੁੰਦਾ ਫਿਰ ਕਥਾ ਦੀ ਕੀ ਲੋੜ ਹੈ ਜੀ, ਫਿਰ ਵਿਆਖਿਆ ਦੀ ਕੀ ਲੋੜ ਹੈ। ਇਸ ਕਰਕੇ ਅਸੀਂ ਇਹਨਾਂ ਨੂੰ ਇੱਕ ਅਤੇ ਓਂਕਾਰ ਨਹੀਂ ਬੋਲਾਂਗੇ, ਅਤੇ ਦਾ ਮਤਲਬ ਇੱਥੇ ਸਪੇਸ ਨਹੀਂ ਦੇਵਾਂਗੇ, ਅਸੀਂ ਇਕੱਠਾ ਬੋਲਾਂਗੇ ਇੱਕ ਓਂਕਾਰ। ਇਸ ਕਰਕੇ ਸਾਡੇ ਤੇ ਇਹ ਪ੍ਰਭਾਵ ਹੈ ਜਿਹੜਾ ਪੰਜਾਬੀ ਦਾ ਪ੍ਰਭਾਵ ਪੈ ਗਿਆ ਉਹ ਗੁਰਬਾਣੀ ਤੇ ਵੀ ਪੈ ਗਿਆ। ਅਸੀਂ ਜੇ ਅੰਗਰੇਜ਼ੀ 'ਚ ਗੱਲਬਾਤ ਵੀ ਕਰਾਂਗੇ ਤਾਂ ਪੰਜਾਬੀ ਵਰਗੀ ਕਰਾਂਗੇ, ਜਿਵੇਂ ਗੰਗਾ ਧੁਨੀ ਲਗਭਗ ਚਲੀ ਗਈ ਪੰਜਾਬੀ 'ਚੋਂ, ਗੁਰਬਾਣੀ 'ਚ ਨਹੀਂ ਗਈ। ਕਾਇਦੇ ਦੇ ਵਿੱਚ ਵੀ ਖਾਲੀ ਦੱਸਿਆ ਜਾਂਦਾ, ਹਾਂ ਉਹ ਖਾਲੀ ਰਹਿ ਗਿਆ, ਹੁਣ ਕਰਿਆ ਕੀ ਜਾਵੇ। ਅੰਗਰੇਜ਼ੀ ਨਾਲ ਵੀ ਐਵੇਂ ਵਾਪਰਿਆ ਜੀ ਜੀ, ਬਹੁਤ ਕੁਛ। ਹਿੰਦੀ ਸੰਸਕ੍ਰਿਤ 'ਚੋਂ 5 ਧੁਨੀਆਂ ਲੋਪ ਹੋ ਗਈਆਂ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਲਗਭਗ 12 ਧੁਨੀਆਂ ਮਤਲਬ ਮੋਟਾ ਜਿਹਾ ਸਰਵੇਖਣ ਇਹ ਕਹਿੰਦਾ ਕਿ ਅਸੀਂ ਭੁੱਲ ਚੁੱਕੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੇਜਿੰਦਰਪਾਲ ਸਿੰਘ ਗੋਲਡਨ ਗੁਰਬਾਣੀ ਚੈਨਲ ਦੇ ਉੱਤੇ ਤੁਹਾਡਾ ਸਵਾਗਤ ਕਰਦਾ ਹਾਂ। ਅੱਜ ਅਸੀਂ ਬਹੁਤ ਹੀ ਵਿਸ਼ੇਸ਼ ਵਿਸ਼ੇ ਦੇ ਉੱਤੇ ਆਪ ਜੀ ਨਾਲ ਰੂਬਰੂ ਹੋ ਰਹੇ ਹਾਂ। ਅੱਜ ਦਾ ਅਸੀਂ ਇਹ ਜਿਹੜਾ ਵਿਸ਼ਾ ਚੁਣਿਆ ਹੈ ਉਹ ਹੈ ਗੁਰਬਾਣੀ ਉਚਾਰਨ। ਗੁਰਬਾਣੀ ਉਚਾਰਨ ਦੇ ਉੱਤੇ ਅਸੀਂ ਵਿਸ਼ੇਸ਼ ਵਾਰਤਾਲਾਪ ਕਰਨ ਜਾ ਰਹੇ ਹਾਂ। ਸਾਡੇ ਅੱਜ ਦੇ ਜਿਹੜੇ ਇਸ ਚਰਚਾ ਦੇ ਵਿੱਚ ਭਾਗ ਲੈ ਰਹੇ ਹਨ ਉਹ ਹਨ ਮੇਰੇ ਪਿਆਰੇ ਮਿੱਤਰ ਡਾਕਟਰ ਗੁਰਮੇਲ ਸਿੰਘ ਜੀ, ਜੋ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਬਤੌਰ ਅਸਿਸਟੈਂਟ ਪ੍ਰੋਫੈਸਰ ਕਾਰਜਸ਼ੀਲ ਹਨ। ਅੱਜ ਅਸੀਂ ਉਹਨਾਂ ਤੋਂ ਜਾਣਾਂਗੇ ਕਿ ਗੁਰਬਾਣੀ ਉਚਾਰਨ ਦੇ ਸੰਬੰਧ ਵਿੱਚ ਕਿਹੜੇ ਕਿਹੜੇ ਮਸਲੇ ਹਨ, ਕਿਹੜੇ ਕਿਹੜੇ ਰੁਝਾਨ ਚੱਲ ਰਹੇ ਹਨ। ਗੁਰਬਾਣੀ ਉਚਾਰਨ ਦੇ ਸੰਬੰਧ ਵਿੱਚ ਚੱਲ ਰਹੇ ਰੁਝਾਨਾਂ ਨੂੰ ਲੈ ਕੇ ਉਹਨਾਂ ਦੇ ਕੀ ਵਿਚਾਰ ਹਨ। ਸੋ ਆਓ ਸਭ ਤੋਂ ਪਹਿਲਾਂ ਡਾਕਟਰ ਗੁਰਮੇਲ ਸਿੰਘ ਨਾਲ ਰੂਬਰੂ ਹੋਈਏ। ਡਾਕਟਰ ਸਾਹਿਬ, ਅੱਜ ਦੇ ਇਸ ਵਿਚਾਰ ਚਰਚਾ ਵਿੱਚ ਆਪ ਜੀ ਦਾ ਬਹੁਤ ਬਹੁਤ ਨਿੱਘਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਦੇ ਪਾਵਨ ਫਰਮਾਨ ਹਨ, ਆਇਓ ਸੁਣਨ ਪੜ੍ਹਨ ਕੋ ਬਾਣੀ। ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਕਿ ਮਨੁੱਖ ਬਾਣੀ ਸੁਣਨ ਪੜ੍ਹਨ ਲਈ ਇਸ ਸੰਸਾਰ ਦੇ ਉੱਤੇ ਆਇਆ ਹੈ। ਮਨੁੱਖ ਦਾ ਜਿਹੜਾ ਮੁੱਢਲਾ ਪ੍ਰਯੋਜਨ ਹੈ ਉਹ ਬਾਣੀ ਪੜ੍ਹਨਾ ਹੀ ਹੈ। ਪਰੰਤੂ ਅੱਜ ਅਸੀਂ ਦੇਖ ਰਹੇ ਹਾਂ ਕਿ ਗੁਰਬਾਣੀ ਪੜ੍ਹਨ ਦੇ ਹਵਾਲੇ ਨਾਲ ਕਈ ਤਰ੍ਹਾਂ ਦੇ ਜਿਹੜੇ ਵਿਚਾਰ ਨੇ ਉਹ ਸਾਡੇ ਸਾਹਮਣੇ ਆ ਰਹੇ ਹਨ। ਪੰਥ ਦੇ ਵਿੱਚ, ਸਿੱਖ ਪੰਥ ਦੇ ਵਿੱਚ ਵੱਖੋ ਵੱਖਰੀਆਂ ਸੰਪਰਦਾਵਾਂ, ਵੱਖੋ ਵੱਖਰੀਆਂ ਸੰਸਥਾਵਾਂ ਆਪੋ ਆਪਣੇ ਜਿਹੜੇ ਉਹਨਾਂ ਦੇ ਉਚਾਰਨ ਦੇ ਢੰਗ ਨੇ ਉਹਨਾਂ ਦਾ ਪ੍ਰਚਾਰ ਕਰ ਰਹੀਆਂ ਹਨ। ਇਸ ਕਰਕੇ ਸੰਗਤ ਨੂੰ ਥੋੜ੍ਹਾ ਜਿਹਾ ਦੁਵਿਧਾ ਮਹਿਸੂਸ ਹੋ ਰਹੀ ਹੈ ਕਿ ਕਿਹੜਾ ਉਚਾਰਨ ਸਹੀ ਹੈ ਅਤੇ ਕਿਹੜਾ ਨਹੀਂ। ਸੋ ਸਭ ਤੋਂ ਪਹਿਲਾਂ ਸਾਨੂੰ ਤੁਸੀਂ ਇਹ ਦੱਸੋ ਕਿ ਗੁਰਬਾਣੀ ਉਚਾਰਨ ਤੋਂ ਕੀ ਭਾਵ ਹੈ? ਜੀ, ਸੌਖਾ ਅਰਥ ਹੈ ਜੀ ਇਸ ਦਾ ਕਿ ਅਸੀਂ ਜੋ ਵੀ ਬੋਲਦੇ ਹਾਂ, ਉਚਾਰਦੇ ਹਾਂ, 3 ਕਿਰਿਆਵਾਂ ਹੁੰਦੀਆਂ ਨੇ: ਬੋਲਣਾ, ਸੰਚਾਰਿਤ ਹੋਣਾ, ਸੁਣਨਾ। ਉਸਨੂੰ ਸਾਡਾ ਸੰਬੰਧ ਉਚਾਰਨ ਨਾਲ ਹੈ। ਮੂੰਹ 'ਚੋਂ ਜੋ ਵੀ ਅਸੀਂ ਬੋਲਦੇ ਹਾਂ ਉਹਨੂੰ ਉਚਾਰਨਾ ਕਹਿੰਦੇ ਹਾਂ। ਸਾਡੀ ਪਰੰਪਰਾ ਦੇ ਵਿੱਚ ਜਿਹੜਾ ਉਚਾਰਨ ਹੈ ਜੀ ਉਹਨੂੰ ਪਾਠ ਕਰਨਾ ਕਹਿੰਦੇ ਆ। ਤੇ ਇਸ ਦੀ ਇੱਕ ਪੂਰੀ ਵਿਹਾਰਕ ਵਿਧੀ ਹੈ ਜਿਹਨੂੰ ਅਸੀਂ ਸੰਥਿਆ ਕਹਿੰਦੇ ਹਾਂ। ਇਸ ਮਤਲਬ ਸੰਥਿਆ ਦੇ ਰਾਹੀਂ ਅਸੀਂ ਗੁਰਬਾਣੀ ਦਾ ਉਚਾਰਨ ਕਰਨਾ ਸਿੱਖਦੇ ਹਾਂ। ਠੀਕ ਹੈ ਜੀ। ਡਾਕਟਰ ਸਾਹਿਬ, ਸਾਨੂੰ ਦੱਸੋਗੇ ਸੰਥਿਆ ਤੋਂ ਤਕਨੀਕੀ ਤੌਰ 'ਤੇ ਤੁਸੀਂ ਕੀ ਅਰਥ ਲੈਂਦੇ ਹੋ? ਸੰਥਿਆ ਦਾ ਮਤਲਬ ਸਿੱਖਿਆ ਹੀ ਹੈ, ਅਧਿਆਪਨ ਦੇ ਨਾਲ ਜੁੜਿਆ ਵਾ ਸਬਜੈਕਟ ਹੈ, ਇਹ ਵਿਸ਼ਾ ਹੈ। ਮਤਲਬ ਇਹਨੂੰ ਆਪਾਂ ਐਂ ਕਹਿ ਸਕਦੇ ਹਾਂ ਕਿ ਗੁਰਬਾਣੀ ਉਚਾਰਨ ਦੀ ਜਿਹੜੀ ਵਿਹਾਰਕ ਵਿਧੀ ਹੈ ਜੀ, ਸੰਸਥਾਗਤ ਜਿਹੜਾ ਸਾਡਾ ਪ੍ਰਬੰਧ ਹੈ ਗੁਰਬਾਣੀ ਨੂੰ ਸਿੱਖਣ ਸਿਖਾਉਣ ਦਾ, ਉਹ ਸੰਥਿਆ ਹੈ ਜੀ। ਸੰਥਿਆ ਤੋਂ ਭਾਵ ਆਪਾਂ ਐਂ ਵੀ ਕਿਤੇ ਲੈ ਸਕਦੇ ਹਾਂ ਵੀ ਜਿਵੇਂ ਆਪਾਂ ਪੁਰਾਣੇ ਸਮਿਆਂ ਦੇ ਵਿੱਚ ਦੇਖਦੇ ਸੀਗੇ ਕਿ ਸਾਡੇ ਸਕੂਲਾਂ ਦੇ ਸਮੇਂ ਆਪਾਂ ਨੂੰ ਬਚਪਨ ਦੇ ਵਿੱਚ ਮੁਹਾਰਨੀ ਸਿਖਾਈ ਜਾਂਦੀ ਸੀਗੀ। ਊੜਾ ਆੜਾ ਸਾਰੀਆਂ ਮਾਤਰਾਵਾਂ ਉਹਨਾਂ ਧੁਨੀਆਂ ਦੇ ਨਾਲ ਲਾ ਕੇ ਸਿਖਾਈਆਂ ਜਾਂਦੀਆਂ ਸੀ। ਕਿਤੇ ਉਸ ਸੰਬੰਧ 'ਚ ਸੰਥਿਆ ਦਾ ਕੋਈ? ਵੈਸੇ ਤਾਂ ਦੇਖੋ, ਜਿਹੜਾ ਸੰਥਿਆ ਸ਼ਬਦ ਹੈ ਉਹ ਧਰਮ ਨਾਲ ਰੂੜ ਹੋਇਆ ਹੋਇਆ ਹੈ ਨਾ ਜੀ। ਆਮ ਤੌਰ 'ਤੇ ਗੁਰਬਾਣੀ ਨੂੰ ਸਿੱਖਣਾ ਜਾਂ ਪਰੰਪਰਾ ਦੇ ਵਿੱਚ ਜੋ ਵੀ ਸੰਬੰਧਿਤ ਭਾਈਚਾਰੇ ਦੇ ਧਰਮ ਗ੍ਰੰਥ ਹੁੰਦੇ ਸੀ ਉਹਨੂੰ ਸਿੱਖਣ ਸਿਖਾਉਣ ਦੀ ਵਿਧੀ ਹੀ ਸੰਥਿਆ ਹੈ।
ਅਕਾਦਮਿਕ ਜਾਂ ਸਕੂਲ ਕਲਚਰ ਦੇ ਵਿੱਚ ਇਹਦੇ ਲਈ ਅਧਿਆਪਨ ਸ਼ਬਦ ਚੱਲਦਾ ਹੈ ਜੀ। ਭਾਵ ਦੋਨਾਂ ਦਾ ਕਿਤੇ ਨਾ ਕਿਤੇ ਹੋਇਆ, ਪਰ ਦੋਨਾਂ ਦੀ ਅਪਰੋਚ ਵਿੱਚ, ਪਹੁੰਚ ਵਿੱਚ ਫਰਕ ਹੈ। ਤੇ ਜਿਹੜੀ ਆਪਾਂ ਮੁਹਾਰਨੀ ਸਿੱਖਦੇ ਹਾਂ, ਮੁਹਾਰਨੀ ਤੋਂ ਉਹਦਾ ਸੰਬੰਧ ਕਿਸ ਵਿਧਾ ਨਾਲ ਹੈ ਜੀ? ਜਦੋਂ ਅਸੀਂ ਸੰਥਿਆ, ਇਹ ਸਿੱਖਣ ਸਿਖਾਉਣ ਸੰਥਿਆ ਦਾ ਹੀ ਭਾਗ ਹੈ ਸਾਡੀ ਪਰੰਪਰਾ ਦੇ ਵਿੱਚ। ਜੇ ਅਸੀਂ ਮੁਹਾਰਨੀ ਦਾ ਮਤਲਬ ਸੌਖੇ ਅਰਥਾਂ 'ਚ ਸੰਬੰਧਿਤ ਭਾਸ਼ਾ ਦੀ ਜਿਹੜੀ ਲਿਪੀ ਹੈ ਉਹਦੀਆਂ ਧੁਨੀਆਂ ਨੂੰ ਸਿੱਖਣਾ ਹੈ ਜੀ। ਤੇ ਸੰਥਿਆ ਦੇ ਵਿੱਚ ਵੀ ਉਹ ਸਿਖਾਈ ਜਾਂਦੀ ਹੈ। ਕੋਈ ਵੀ ਭਾਸ਼ਾ ਸਿੱਖਣੀ ਹੋਵੇ ਪਹਿਲਾਂ ਉਹਦੀ ਮੁਹਾਰਨੀ, ਉਹਦੀ ABC ਜਿਹਨੂੰ ਕਹਿੰਦੇ ਅਲਫਾਬੈਟ ਜੀ, ABC ਸਿੱਖਣਾ ਪੈਂਦਾ ਹੈ, ਊੜਾ ਆੜਾ ਸਿੱਖਣਾ ਪੈਂਦਾ ਹੈ ਜੀ। ਡਾਕਟਰ ਸਾਹਿਬ ਇਹ ਦੱਸੋ ਵੀ ਗੁਰਬਾਣੀ ਉਚਾਰਨ ਦੇ ਪ੍ਰਸੰਗ ਵਿੱਚ ਤੁਹਾਡੇ ਅਨੁਸਾਰ ਮੌਜੂਦਾ ਸਮੇਂ ਵਿੱਚ ਕਿਹੜੇ ਰੁਝਾਨ ਚੱਲ ਰਹੇ ਹਨ? ਹਾਂਜੀ, ਦੇਖੋ ਸਾਰੇ ਦਾ ਜੇ ਆਪਾਂ ਸਰਵੇਖਣ ਤਾਂ ਸੰਭਵ ਨਹੀਂ ਹੈ ਸਾਡੇ ਲਈ ਕਰਨਾ, ਪਰ ਸੌਖੇ ਜਿਹੇ ਅਰਥਾਂ ਵਿੱਚ 2 ਜਾਂ 3 ਕਿਸਮ ਦੇ ਮੁੱਖ ਰੁਝਾਨ ਨੇ ਜੀ। ਇੱਕ ਰੁਝਾਨ ਜਿਹੜਾ ਕਾਫੀ ਭਾਰੂ ਹੈ ਅੱਜ ਦੇ ਵਰਤਮਾਨ ਸਮੇਂ ਵਿੱਚ, ਉਹ ਇਹ ਹੈ ਵੀ ਕਿ ਗੁਰਬਾਣੀ ਦਾ ਪਾਠ ਉਸ ਤਰ੍ਹਾਂ ਕੀਤਾ ਜਾਵੇ, ਗੁਰਬਾਣੀ ਦਾ ਉਚਾਰਨ ਉਸ ਤਰ੍ਹਾਂ ਕੀਤਾ ਜਾਵੇ ਕਿ ਅਰਥ ਸਪਸ਼ਟ ਹੋਵੇ, ਸੰਗਤਾਂ ਨੂੰ ਸਮਝ ਲੱਗੇ, ਸੌਖਾ ਹੋਵੇ। ਇਸ ਤਰ੍ਹਾਂ ਇਹਨੂੰ ਅਸੀਂ ਇਹ ਕਹਿ ਸਕਦੇ ਹਾਂ, ਆਪਣੇ ਕੋਲੋਂ ਅਰਥਮੁਖ ਸਕੂਲ ਕਹਿ ਸਕਦੇ ਹਾਂ, ਅਰਥ ਆਧਾਰਿਤ ਸਕੂਲ ਕਹਿ ਸਕਦੇ ਹਾਂ। ਇੱਕ ਧਿਰ, ਇੱਕ ਸਕੂਲ ਜਾਂ ਇੱਕ ਰੁਝਾਨ ਇੱਦਾਂ ਦਾ ਹੈ ਜਿਸ ਨੂੰ ਅਸੀਂ ਪਾਠਮੂਲਕ ਕਹਿ ਸਕਦੇ ਹਾਂ ਕਿ ਬਾਣੀ ਜਿਸ ਤਰ੍ਹਾਂ ਲਿਖੀ ਹੈ ਉਵੇਂ ਪੜ੍ਹਨੀ ਚਾਹੀਦੀ ਹੈ ਜੀ। ਤੀਜਾ ਜਿਹੜਾ ਰੁਝਾਨ ਹੈ ਉਸ ਨੂੰ ਅਸੀਂ ਰੀਤ ਮੂਲਕ ਕਹਿ ਸਕਦੇ ਹਾਂ ਕਿ ਆਮ ਜਿਹੜੀ ਸਾਧ ਸੰਗਤ ਹੈ, ਆਮ ਜਿਹੜੇ ਜਗਿਆਸੂ ਨੇ, ਉਹ ਜਿਸ ਤਰ੍ਹਾਂ ਪਾਠ ਸਿੱਖਿਆ, ਸਿਖਾਇਆ, ਕਿਸੇ ਤੋਂ ਜਿਵੇਂ ਸਿੱਖ ਲਿਆ, ਜਾਂ ਜਿਨ੍ਹਾਂ ਨੂੰ ਵੀ ਮੁੱਢਲੀ ਪੰਜਾਬੀ ਆਉਂਦੀ ਹੈ ਪਾਠ ਕਰ ਹੀ ਲੈਂਦੇ ਨੇ, ਜਾਂ ਜਿਨ੍ਹਾਂ ਨੂੰ ਮੁੱਢਲੀ ਹਿੰਦੀ ਆਉਂਦੀ ਹੈ ਉਹ ਹਿੰਦੀ ਰਾਹੀਂ ਕਰ ਲੈਂਦੇ ਨੇ। ਇਸ ਤਰ੍ਹਾਂ ਅਰਥਮੂਲਕ, ਪਾਠਮੂਲਕ ਅਤੇ ਰੀਤਮੂਲਕ 3 ਮੁੱਖ ਰੁਝਾਨ ਨੇ। ਉੱਦਾਂ ਜੇ ਆਪਾਂ ਇਹਦਾ ਥੋੜ੍ਹਾ ਬਰੀਕ ਉਹ ਕਰੀਏ ਤਾਂ ਅੱਗੇ ਇਹਨਾਂ ਦੇ ਵੀ ਭੇਦ ਨੇ, ਕਈ ਉਹਦੇ ਵਿੱਚ ਵੱਖੋ ਵੱਖਰੇ ਨੇ ਕਿ ਕਿੱਥੇ ਬਿੰਦੀ ਲਾਉਣੀ ਹੈ, ਕਿੱਥੇ ਨਹੀਂ ਲਾਉਣੀ, ਵਿਸ਼ਰਾਮ ਕਿੱਥੇ ਲਾਉਣਾ, ਕਿੱਥੇ ਨਹੀਂ ਲਾਉਣਾ, ਸਟ੍ਰੈਸ ਬਲ ਕਿੱਥੇ ਦੇਣਾ, ਸਟ੍ਰੈਸ ਕਿੱਥੇ ਦੇਣਾ। ਇੱਦਾਂ ਦੀਆਂ ਅੱਗੇ ਬਣ ਜਾਣਗੇ ਇਹ ਕਾਫੀ, ਪਰ ਮੋਟੇ ਜਿਹੇ ਹੀ ਨੇ। ਡਾਕਟਰ ਸਾਹਿਬ ਜਿਵੇਂ ਆਪਾਂ ਦੇਖਦੇ ਹਾਂ ਗੁਰਬਾਣੀ ਦੇ ਵਿੱਚ ਮਹਾਰਾਜ ਦੇ ਪਾਵਨ ਬਚਨ ਨੇ ਕਿ ਅਖਰ ਲਿਖੇ ਸਹੀ ਗਾਵਾ, ਅਵਰ ਨਾ ਜਾਣਾ ਬਾਣੀ। ਉਸ ਪ੍ਰਸੰਗ ਵਿੱਚ ਜਦੋਂ ਆਪਾਂ ਥੋੜ੍ਹਾ ਜਿਹਾ ਇਹਨਾਂ ਪਾਵਨ ਬਚਨਾਂ 'ਤੇ ਧਿਆਨ ਕੇਂਦਰਿਤ ਕਰਦੇ ਹਾਂ ਤਾਂ ਸਾਨੂੰ ਸਮਝ ਲੱਗਦੀ ਹੈ ਕਿ ਜੋ ਮਹਾਰਾਜ ਨੇ ਲਿਖਿਆ ਹੈ ਉਹ ਜਿਵੇਂ ਲਿਖਿਆ ਹੈ ਅਸੀਂ ਉਵੇਂ ਹੀ ਗਾਉਣਾ ਪੜ੍ਹਨਾ ਹੈ। ਤੁਸੀਂ ਕਿਵੇਂ ਸਮਝਦੇ ਹੋ? ਬੜਾ ਅੱਛਾ ਸਵਾਲ ਹੈ ਜੀ। ਦੇਖੋ, ਜਿਹੜੀ ਇਹ ਸੰਬੰਧਿਤ ਪਾਵਨ ਤੁਕ ਹੈ ਉਹਦਾ ਪ੍ਰਸੰਗ ਹੋਰ ਹੈ ਜੀ। ਉਸ ਨੂੰ ਅਸੀਂ ਇੱਧਰ ਤਾਂ ਨਾ ਲਾਈਏ ਪ੍ਰਸੰਗ ਦੇ ਅਨੁਸਾਰ, ਪਰ ਗੱਲ ਇੰਪੋਰਟੈਂਟ ਬਹੁਤ ਹੈ। ਇਹ ਗੱਲ ਦੁਨੀਆ ਭਰ ਦੇ ਸਾਰੀਆਂ ਸਕ੍ਰਿਪਚਰਸ, ਸਾਰੇ ਧਰਮ ਗ੍ਰੰਥਾਂ 'ਤੇ ਲਾਗੂ ਹੁੰਦੀ ਹੈ ਕਿ ਕੋਈ ਵੀ ਜਿਹੜਾ ਟੈਕਸਟ ਹੈ, ਕੋਈ ਵੀ ਜਿਹੜਾ ਸੈਕਰਡ ਟੈਕਸਟ ਹੈ, ਪਵਿੱਤਰ ਪਾਠ ਹੈ, ਉਸ ਨੂੰ ਉਵੇਂ ਹੀ ਪੜ੍ਹਿਆ ਜਾਂਦਾ ਜਿਵੇਂ ਉਹ ਲਿਖਿਆ ਹੁੰਦਾ ਹੈ ਜੀ। ਇਹ ਗੱਲ ਹੈ ਜਿਹੜੀ ਇਹ ਧਰਮ ਦੇ ਦ੍ਰਿਸ਼ਟੀਕੋਣ ਤੋਂ ਵੀ, ਭਾਸ਼ਾ ਵਿਗਿਆਨ ਦੇ ਦ੍ਰਿਸ਼ਟੀਕੋਣ ਤੋਂ ਵੀ, ਮਨੋਵਿਗਿਆਨ ਦੇ ਦ੍ਰਿਸ਼ਟੀਕੋਣ ਤੋਂ ਵੀ, ਆਪਾਂ ਜਿੰਨੇ ਵੀ ਇਸ 'ਤੇ ਹੋਰ ਡਿਸਿਪਲਿਨ ਨੇ ਜਾਂ ਸਕੂਲ ਨੇ, ਕਿ ਪੁਰਾਣੇ ਜਾਂ ਆਧੁਨਿਕ ਜਿਹੜੇ ਵੀ ਟੈਕਸਟ ਨੇ ਉਵੇਂ ਹੀ ਪੜ੍ਹੇ ਜਾਂਦੇ ਨੇ ਜਿਵੇਂ ਉਹ ਲਿਖੇ ਹੁੰਦੇ ਨੇ। ਜੇ ਮੈਂ ਤੁਹਾਨੂੰ ਸਧਾਰਨ ਚਿੱਠੀ ਲਿਖਾਂ, ਉਹ ਸਧਾਰਨ ਚਿੱਠੀ ਵੀ ਤੁਸੀਂ ਉਵੇਂ ਹੀ ਪੜ੍ਹੋਗੇ ਜਿਵੇਂ ਮੈਂ ਲਿਖੀ ਹੋਈ ਹੈ ਜੀ। ਕਿਸੇ ਦੀ ਕਵਿਤਾ ਪੜ੍ਹਨੀ ਹੋਵੇ, ਆਪਾਂ ਇਹ ਤਾਂ ਨਹੀਂ ਨਾ ਅਸੀਂ ਕਹਿ ਸਕਦੇ ਵੀ ਉਹਨੇ ਕਵਿਤਾ ਲਿਖੀ ਹੋਰ ਤਰੀਕੇ ਨਾਲ, ਉਹਦੇ ਵਿੱਚ ਆਪਾਂ ਬਿੰਦੀ ਟਿੱਪੀ ਆ ਦੇਖੋ ਆਪਣੇ ਕੋਲੋਂ ਲਾ ਦਈਏ। ਇਸ ਤਰ੍ਹਾਂ ਫਿਰ ਆਪਾਂ ਗੁਰਬਾਣੀ 'ਚ ਤਾਂ ਸਵਾਲ ਹੀ ਨਹੀਂ ਨਾ ਪੈਦਾ ਹੁੰਦਾ ਵੀ ਲਾ ਸਕਦੇ। ਜਦੋਂ ਤੁਸੀਂ ਟੈਕਸਟ ਸ਼ਬਦ ਵਰਤ ਰਹੇ ਹੋ, ਇਹ ਟੈਕਸਟ ਪ੍ਰੋਪਰ ਕਿਸੇ ਧਰਮ ਗ੍ਰੰਥ ਦੇ ਪਾਠ ਸੰਬੰਧੀ ਹੈ ਕਿ ਟੈਕਸਟ ਮੀਨਸ ਇਹਦਾ ਕੁਝ ਵੀ ਮਤਲਬ ਕੋਈ ਵੀ ਪਾਠ? ਫਿਲਹਾਲ ਆਪਾਂ ਸੈਕਰਡ ਟੈਕਸਟ ਦੇ ਐਂਗਲ ਤੋਂ ਲੈ ਰਹੇ ਹਾਂ। ਪਾਠ ਜਿਹੜੀ ਟੈਕਸਟ ਦਾ ਸੌਖਾ ਅਰਥ ਇਹ ਹੁੰਦਾ ਜੋ ਲਿਖਤ ਵਿੱਚ ਪ੍ਰਾਪਤ ਭਾਸ਼ਾ ਹੈ। ਠੀਕ ਹੈ ਜੀ। ਮਤਲਬ ਹਾਲ ਦੀ ਘੜੀ ਆਪਾਂ ਸਿਰਫ ਧਰਮ ਗ੍ਰੰਥ, ਚਾਹੇ ਉਹ ਬਾਈਬਲ ਹੋਵੇ, ਚਾਹੇ ਉਹ ਕੁਰਾਨ ਹੋਵੇ, ਚਾਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋਣ, ਆਪਾਂ ਸਿਰਫ ਗੁਰਬਾਣੀ ਲਈ ਵਰਤ ਰਹੇ ਹਾਂ ਜੀ। ਵੈਸੇ ਆਪਾਂ ਗੁਰਬਾਣੀ ਪਾਠ ਸ਼ਬਦ ਵਰਤਦੇ ਹਾਂ ਜੀ। ਤੁਹਾਡੇ ਅਨੁਸਾਰ ਮਤਲਬ ਬਾਣੀ ਐਟ ਪ੍ਰੈਜ਼ੈਂਟ ਅੱਜ ਦੇ ਜਿਹੜੇ ਰੁਝਾਨ ਚੱਲ ਰਹੇ ਨੇ, ਉਹਨਾਂ ਰੁਝਾਨਾਂ ਦੇ ਵਿੱਚੋਂ ਤੁਸੀਂ ਕਿਸ ਨੂੰ ਠੀਕ ਸਮਝਦੇ ਹੋ ਵੀ ਆਪਾਂ ਬਾਣੀ ਦਾ ਉਚਾਰਨ ਹੈ ਜਿਹੜਾ ਕਿਸ ਲਹਿਜੇ ਨਾਲ ਹੋਣਾ ਚਾਹੀਦਾ? ਇਸ ਨੂੰ ਥੋੜ੍ਹਾ ਜਿਹਾ ਨਾ ਦਰੁਸਤ ਕਰਨਾ ਚਾਹੀਦਾ ਹੈ ਸਵਾਲ ਨੂੰ। ਮੈਨੂੰ ਜੋ ਲੱਗਿਆ, ਸਵਾਲ ਇਹ ਨਹੀਂ ਕਿ ਮੇਰੇ ਅਨੁਸਾਰ ਕੀ ਹੈ ਜੀ, ਸਵਾਲ ਇਹ ਹੈ ਕਿ ਹੈ ਕੀ ਜਾਂ ਹੋਣਾ ਕੀ ਚਾਹੀਦਾ ਜੀ।
ਮੇਰਾ ਜਾਂ ਤੁਹਾਡਾ ਦ੍ਰਿਸ਼ਟੀਕੋਣ ਬਹੁਤਾ ਜ਼ਿਆਦਾ ਮਹੱਤਵਪੂਰਨ ਨਹੀਂ ਹੈ। ਮਹੱਤਵਪੂਰਨ ਇਹ ਹੈ ਕਿ ਇਹ ਡਿਸਪਲਿਨ, ਇਹ ਜੋ ਵਿਸ਼ਾ ਗਿਆਨ ਅਨੁਸ਼ਾਸਨ ਹੈ, ਜਿਹਨੂੰ ਅਸੀਂ ਭਾਸ਼ਾ ਵਿਗਿਆਨ ਦੇ ਵਿੱਚ ਧੁਨੀ ਵਿਗਿਆਨ ਕਹਿੰਦੇ ਹਾਂ ਜੀ, ਉਹ ਕੀ ਕਹਿੰਦਾ ਇਸ ਬਾਰੇ, ਜਾਂ ਸਾਡੀ ਪਰੰਪਰਾ ਕੀ ਕਹਿੰਦੀ ਹੈ, ਜਾਂ ਸਾਡਾ ਜਿਹੜਾ ਧਰਮ ਗ੍ਰੰਥਾਂ ਨੂੰ ਪੜ੍ਹਨ ਦਾ ਵਿਧੀ ਵਿਧਾਨ ਪੂਰੀ ਦੁਨੀਆ ਵਿੱਚ ਸਥਾਪਿਤ ਨੇ ਜੀ, ਉਹ ਕੀ ਕਹਿੰਦੇ, ਉਹ ਜ਼ਿਆਦਾ ਇੰਪੋਰਟੈਂਟ ਹੈ। ਉਸ ਦੇ ਦ੍ਰਿਸ਼ਟੀਕੋਣ ਤੋਂ ਅਸੀਂ ਕਹਾਂਗੇ ਕਿ ਜਿਹੜੇ ਧਰਮ ਗ੍ਰੰਥ ਨੇ ਜਾਂ ਗੁਰਬਾਣੀ ਆ ਜੀ, ਗੁਰਬਾਣੀ ਉਸੇ ਤਰ੍ਹਾਂ ਹੀ ਪੜ੍ਹਨੀ ਚਾਹੀਦੀ ਹੈ ਜਾਂ ਪੜ੍ਹੀ ਜਾ ਸਕਦੀ ਹੈ ਜਿਸ ਤਰ੍ਹਾਂ ਉਹ ਲਿਖੀ ਹੋਈ ਹੈ। ਜੀ ਡਾਕਟਰ ਸਾਹਿਬ, ਜਿਵੇਂ ਤੁਸੀਂ ਪਹਿਲਾਂ ਦੱਸਿਆ ਸੀਗਾ, ਆਪਣੀ ਮੁੱਢਲੀ ਚਰਚਾ ਜਦੋਂ ਸ਼ੁਰੂ ਕੀਤੀ ਹੈ, ਮੁੱਢਲੀ ਥੋੜ੍ਹੀ ਗੱਲ ਇਹ ਸੀਗੀ ਕਿ 3 ਤਰ੍ਹਾਂ ਦੇ ਜਿਹੜੇ ਸਕੂਲ ਚੱਲ ਰਹੇ ਨੇ, ਉਹਨਾਂ ਦੇ ਵਿੱਚੋਂ ਇੱਕ ਅਰਥਮੂਲਕ ਦੀ ਤੁਸੀਂ ਗੱਲ ਕੀਤੀ ਹੈ। ਬਹੁਤੇ ਸਾਡੇ ਸੱਜਣ ਵੀਰ ਨੇ ਜਿਹੜੇ ਉਹ ਕਹਿੰਦੇ ਨੇ ਕਿ ਵੀ ਅਰਥ ਸਪਸ਼ਟ ਹੋਣੇ ਚਾਹੀਦੇ ਬਾਣੀ ਪੜ੍ਹਨ ਸਮੇਂ। ਜੇ ਅਰਥ ਸਪਸ਼ਟ ਨਹੀਂ ਹੋ ਰਿਹਾ ਤਾਂ ਉਹਦਾ ਕੋਈ ਇੰਨਾ ਮਾਇਨੇ ਨਹੀਂ ਰੱਖਦਾ। ਕੀ ਉਹਨਾਂ ਦੀ ਇਹ ਭਾਵਨਾ ਠੀਕ ਹੈ ਕਿ ਬਾਣੀ ਉਚਾਰਨ, ਗੁਰਬਾਣੀ ਉਚਾਰਨ ਕਰਨ ਸਮੇਂ ਅਰਥ ਸਪਸ਼ਟ ਹੋਣ, ਬਾਣੀ ਦੇ ਜਿਹੜੀਆਂ ਮਾਤਰਾਵਾਂ ਨੇ ਉਹ ਕੋਈ ਮਾਇਨੇ ਨਹੀਂ ਰੱਖਦੀਆਂ? ਤੁਹਾਡਾ ਕੀ ਕਹਿਣਾ? ਦੇਖੋ, ਭਾਵਨਾ ਤਾਂ ਬਹੁਤ ਸ਼ੁਭ ਹੈ ਜੀ। ਭਾਵਨਾ ਦਾ ਜਿੱਥੋਂ ਤੱਕ ਤਾਲੁਕਾਤ ਹੈ ਉਹ ਬੜਾ ਸ਼ੁਭ ਹੈ, ਉਹ ਠੀਕ ਹੈ ਕਿ ਅਰਥ ਇੱਕ ਬੜਾ ਹੀ ਮਹੱਤਵਪੂਰਨ ਪਹਿਲੂ ਹੈ ਗੁਰਬਾਣੀ ਦਾ ਜਾਂ ਜ਼ਿੰਦਗੀ ਦਾ। ਜੀ। ਪਰ ਜਦੋਂ ਅਸੀਂ ਇਸ ਨੂੰ ਇੱਕ ਐਕੈਡੈਮਿਕ ਡਿਸਪਲਿਨ ਦੇ ਵਿੱਚ, ਅਕਾਦਮਿਕ ਵਿਸ਼ਾ ਅਨੁਸ਼ਾਸਨ ਦੇ ਵਿੱਚ ਗੱਲ ਕਰਦੇ ਹਾਂ ਤਾਂ ਅਰਥ ਇੱਕ ਵੱਖਰੀ ਦੁਨੀਆ ਹੈ ਜੀ, ਉਚਾਰਨ ਇੱਕ ਵੱਖਰੀ ਦੁਨੀਆ। ਉਚਾਰਨ ਤੋਂ ਬਾਅਦ ਅਰਥ ਕਿਰਿਆਸ਼ੀਲ ਹੁੰਦਾ ਹੈ। ਪਹਿਲੀ ਗੱਲ ਇਹ ਹੈ ਕਿ ਗੁਰਬਾਣੀ ਦੀ ਜਿਹੜੀ ਮੂਲ ਧੁਨੀ ਹੈ, ਜਿਹੜਾ ਉਹਦਾ ਮੂਲ ਵਿਜ਼ਡਮ ਹੈ, ਉਸ ਨੂੰ ਸੁਰੱਖਿਅਤ ਰੱਖਣਾ ਜ਼ਰੂਰੀ ਹੈ। ਜੇ ਉਹ ਸੁਰੱਖਿਅਤ ਨਹੀਂ ਰਹਿੰਦਾ ਤਾਂ ਅਰਥ ਵਿਚਲਿਤ ਹੋਏਗਾ। ਜੀ। ਜੇ ਅਸੀਂ ਆਪਣੇ ਅਨੁਸਾਰ ਮੈਂ ਧੁਨ ਬਣਾ ਲਾਂਗਾ, ਮੰਨ ਲਓ ਮੈਂ ਬਿੰਦੀ ਲਾ ਲਵਾਂਗਾ, ਟਿੱਪੀ ਲਾ ਲਾਂਗਾ, ਅਧਿਕ ਲਾ ਲਵਾਂਗਾ, ਜਾਂ ਆਪਣੀ ਮਰਜ਼ੀ ਦੀ ਮੇਰੀ ਸਮਝ ਅਨੁਸਾਰ ਵਿਸ਼ਰਾਮ ਲਾ ਲਵਾਂਗਾ, ਜੀ, ਤਾਂ ਇਹਦਾ ਮਤਲਬ ਇਹ ਹੈ ਵੀ ਮੈਂ ਜੋ ਘੜਿਆ ਹੈ ਅਰਥ ਮੇਰੇ ਮਨ ਵਿੱਚ ਪਿਆ, ਮੈਂ ਉਹਨੂੰ ਮੁੱਖ ਰੱਖ ਕੇ ਗੁਰਬਾਣੀ ਦਾ ਉਚਾਰਨ ਕਰਨ ਲੱਗ ਗਿਆ। ਉਚਾਰਨ ਦੇ ਪਿੱਛੇ ਅਰਥ ਨੇ ਚੱਲਣਾ, ਅਰਥ ਦੇ ਪਿੱਛੇ ਉਚਾਰਨ ਨੇ ਨਹੀਂ ਚੱਲਣਾ। ਸਮਝ ਗਏ? ਮਤਲਬ ਮੁੱਢਲੇ ਤੌਰ ਤੇ ਬਾਣੀ ਦਾ ਭਾਵ ਹੈ, ਬਾਣੀ ਹੈ ਇਟਸੈਲਫ, ਪਹਿਲਾਂ ਬਾਣੀ ਹੈ, ਫਿਰ ਅਰਥ ਨੇ, ਅਰਥ ਦੂਜੇ ਜਿਹੜੇ ਪੱਧਰ ਤੇ ਆਉਂਦੇ ਆ। ਅਰਥਾਂ ਬਾਰੇ ਇਹ ਵੀ ਜਾਣ ਲੈਣਾ ਚਾਹੀਦਾ ਹੁੰਦਾ ਕਿ ਅਰਥ ਨੇ ਜਿਹੜੇ ਉਹ ਜਾਂ ਤਾਂ ਪ੍ਰਸੰਗ ਚੋਂ ਪਤਾ ਲੱਗਦੇ ਨੇ, ਜੀ, ਜਾਂ ਧਾਤੂ ਤੋਂ ਪਤਾ ਲੱਗਦੇ ਨੇ, ਜਾਂ ਇਹਦਾ ਇੱਕ ਮਨੋਵਿਗਿਆਨਕ ਪਹਿਲੂ ਹੈ, ਇਹ ਹੈ ਕਿ ਹਰ ਇੱਕ ਬੰਦੇ ਨੇ ਆਪਣੇ ਸੰਸਕਾਰਾਂ ਅਨੁਸਾਰ, ਆਪਣੀ ਸਿੱਖਿਆ ਅਨੁਸਾਰ, ਆਪਣੇ ਪੱਧਰ ਅਨੁਸਾਰ ਉਸ ਨੂੰ ਗ੍ਰਹਿਣ ਕਰਨਾ ਹੁੰਦਾ। ਮੁੱਢਲੀ ਗੱਲ ਇਹ ਹੈ ਵੀ ਸਾਨੂੰ ਬਾਣੀ ਪੜ੍ਹਦੇ ਹੋਏ ਕੇਂਦਰਿਤ ਬਾਣੀ ਤੇ ਹੀ ਰਹਿਣਾ ਚਾਹੀਦਾ। ਅਰਥ ਸਿਰਫ ਵਿਆਖਿਆ ਦਾ ਕਹਿ ਲਈਏ ਵੀ ਹਿੱਸਾ ਨੇ। ਹਾਂ, ਇਸ ਕਰਕੇ ਜਦੋਂ ਆਪਾਂ ਵਿਆਖਿਆ ਕਰਨੀ ਹੈ ਉਦੋਂ ਆਪਾਂ ਅਰਥਾਂ ਨੂੰ ਕੇਂਦਰਿਤ ਕਰ ਸਕਦੇ ਹਾਂ। ਅਰਥਾਂ ਲਈ ਦੇਖੋ ਟੀਕੇ ਬਣੇ ਨੇ, ਕਥਾ ਬਣੀ ਹੈ, ਕੋਸ਼ ਬਣੇ ਨੇ, ਉਹ ਬਣੇ ਹੀ ਇਸ ਕਰਕੇ ਨੇ। ਨਹੀਂ ਜੇ ਕੇਵਲ ਉਚਾਰਕ ਹੀ ਇਹਨਾਂ ਨੂੰ ਸਪਸ਼ਟ ਕਰਨਾ ਹੁੰਦਾ ਫਿਰ ਕਥਾ ਦੀ ਕੀ ਲੋੜ ਹੈ ਜੀ, ਫਿਰ ਵਿਆਖਿਆ ਦੀ ਕੀ ਲੋੜ ਹੈ। ਸਾਨੂੰ ਡਾਕਟਰ ਸਾਹਿਬ ਸੰਗਤ ਨੂੰ ਕਿਰਪਾ ਕਰਕੇ ਤੁਸੀਂ ਕੋਈ ਇੱਕ ਉਦਾਹਰਨ ਦੇ ਤੌਰ ਤੇ ਦੱਸਣਾ ਚਾਹੋਗੇ ਕਿਸ ਤਰ੍ਹਾਂ ਬਾਣੀ ਪੜ੍ਹਨੀ ਚਾਹੀਦੀ ਹੈ? ਜਿਵੇਂ ਸ੍ਰੀ ਜਪਜੀ ਸਾਹਿਬ ਦਾ ਮੁੱਢਲਾ ਪਹਿਲਾ ਹੀ ਸ਼ਲੋਕ ਹੈ, ਤੁਸੀਂ ਉਹਦਾ ਉਚਾਰਨ ਕਰਕੇ ਸਾਨੂੰ ਦੱਸੋਗੇ? ਹਾਂਜੀ, ਕੋਸ਼ਿਸ਼ ਕਰਦੇ ਹਾਂ। ਜਪਜੀ ਸਾਹਿਬ ਦਾ ਜਿਹੜਾ ਮੁੱਢਲਾ ਸ਼ਲੋਕ ਹੈ, ਜਪ ਤੋਂ ਬਾਅਦ ਆਉਂਦਾ, ਪਹਿਲਾ ਸ਼ਲੋਕ ਹੈ ਜੀ, 2 ਲਾਈਨਾਂ ਦਾ, ਉਹ ਹੈਗਾ, ਮੈਂ ਕੋਸ਼ਿਸ਼ ਕਰਦਾ ਜੀ। ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ, ਨਾਨਕ ਹੋਸੀ ਭੀ ਸਚੁ। ਜੀ, ਮੈਂ ਕੋਸ਼ਿਸ਼ ਕੀਤੀ ਹੈ ਵੀ ਜਿਹੜੀਆਂ ਔਂਕੜ ਸਿਹਾਰੀ ਵਿਹਾਰੀ ਪ੍ਰੋਪਰ ਸਹੀ ਲੱਗਣ। ਜੀ ਜੀ। ਤੇ ਇਸੇ ਤਰ੍ਹਾਂ ਪਾਠ ਮਤਲਬ ਜਿਹੜਾ ਇਹ ਉਹਦਾ ਟੈਕਸਟ ਦਾ ਤੁਸੀਂ ਮਤਲਬ ਪੂਰੀ ਸਿਹਾਰੀ ਵੀ ਬੋਲੀ ਹੈ, ਆ ਦੇ ਦਦੇ ਸਿਹਾਰੀ, ਸੱਚ ਚੱਚੇ ਔਂਕੜ ਵੀ ਬੋਲਿਆ ਜੀ, ਕੋਸ਼ਿਸ਼ ਕਰੀਏ। ਜੀ ਜੀ। ਇਸੇ ਤਰ੍ਹਾਂ ਡਾਕਟਰ ਸਾਹਿਬ ਮਤਲਬ ਮੂਲ ਮੰਤਰ ਦਾ ਵੀ ਇੱਕ ਸੰਗਤ ਨੂੰ ਇੱਕ ਵਾਰੀ ਉਚਾਰਨ ਕਰਕੇ ਸੁਣਾ ਦਿੰਦੇ ਤੁਸੀਂ। ਮੂਲ ਮੰਤਰ ਬਾਰੇ ਮੈਂ ਪਹਿਲਾਂ ਥੋਕ ਗੱਲਾਂ ਦੱਸ ਦਵਾਂ ਜੀ। ਮੂਲ ਮੰਤਰ ਸਾਹਿਬ ਦੇ 9 ਯੂਨਿਟ ਨੇ ਉਹਦੀਆਂ ਜੀ, 9 ਅੰਗ ਜਿਹਨੂੰ ਭਾਈ ਗੁਰਦਾਸ ਜੀ ਨੇ 9 ਅੰਗ ਸੁਨ ਸਮਾਰ ਜੀ ਜੀ ਨਦਰੇ ਨਿਹਾਲਿਆ, ਉਸ ਨੂੰ 9 ਯੂਨਿਟ ਵਿੱਚ ਹੀ ਪੜ੍ਹਨਾ ਜ਼ਿਆਦਾ ਠੀਕ ਹੈ। ਜਿਹੜਾ ਪਹਿਲਾ ਲਫ਼ਜ਼ ਹੈ ਨਾ, ਪਹਿਲਾ ਚਿੰਨ੍ਹ ਹੈ ਜੀ, ਮਤਲਬ ਦਾ ਸਿੰਬਲ ਡਿਵਾਈਨ ਜਿਹਨੂੰ ਕਹਿੰਦੇ ਹਾਂ ਅਸੀਂ, ਜਿਹੜਾ ਪਵਿੱਤਰ ਕਿਸਮ ਦਾ ਸਿੰਬਲ ਹੈ, ਜਿਹਦਾ ਨਾਂ, ਜਿਹਦੀ ਧੁਨ ਇੱਕ ਓੰਕਾਰ ਹੈ ਜੀ। ਦੋਨੋਂ ਯੂਨਿਟ ਇਕੱਠੀਆਂ ਨੇ, ਇੱਕ ਅੱਡ ਤੇ ਓੰਕਾਰ ਅੱਡ ਨਹੀਂ ਹੈਗੇ, ਅੱਡ ਨਹੀਂ ਹੈਗੇ। ਹਾਂ, ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਨੇ ਨਾ, ਏਕਾ ਏਕੰਕਾਰ ਲਿਖ ਦਿਖਾਲਿਆ, ਊੜਾ ਓੰਕਾਰ ਪਾਸੇ ਬਹਾਲਿਆ। ਪਾਸ ਬਹਾਲਿਆ ਹੋਇਆ ਮਤਲਬ ਨੇੜੇ ਲਾਇਆ ਹੋਇਆ, ਜੋੜ ਕੇ ਲਿਖਿਆ ਹੋਇਆ, ਯੂਨਿਟ ਹੈ ਜੀ ਜੀ।
ਇਸ ਕਰਕੇ ਅਸੀਂ ਇਹਨਾਂ ਨੂੰ ਇੱਕ ਅਤੇ ਓਂਕਾਰ ਨਹੀਂ ਬੋਲਾਂਗੇ, ਅਤੇ ਦਾ ਮਤਲਬ ਇੱਥੇ ਸਪੇਸ ਨਹੀਂ ਦੇਵਾਂਗੇ, ਅਸੀਂ ਇਕੱਠਾ ਬੋਲਾਂਗੇ ਇੱਕ ਓਂਕਾਰ। ਡਾਕਟਰ ਸਾਹਿਬ ਹੁਣੇ ਤੁਸੀਂ ਭਾਈ ਗੁਰਦਾਸ ਜੀ ਦੇ ਹਵਾਲਾ ਦਿੱਤਾ ਇੱਕ ਏਕ ਓਂਕਾਰ, ਲਿਖ ਦਿਓ। ਉਹਨੂੰ ਆਪਾਂ ਇੱਕ ਓਂਕਾਰ ਨੂੰ ਏਕ ਓਂਕਾਰ ਵੀ ਪੜ੍ਹ ਸਕਦੇ ਹਾਂ? ਨਹੀਂ, ਇਸ ਤਰ੍ਹਾਂ ਦੀ ਸਾਡੀ ਪਰੰਪਰਾ ਨਹੀਂ ਹੈ। ਮਤਲਬ ਸਾਡੀ ਪਰੰਪਰਾ ਨੇ ਸਾਨੂੰ ਭਾਈ ਗੁਰਦਾਸ ਜੀ ਨੇ ਇੱਕ ਥਾਂ ਦੱਸਿਆ ਵੈ ਵੀ ਇਹਦਾ ਉਚਾਰਨ ਗੁਰਬਾਣੀ ਵਿੱਚੋਂ ਵੀ ਪਤਾ ਲੱਗਦਾ। ਨਾਲੇ ਇਹ ਚਿੰਨ੍ਹ ਹੈ, ਚਿੰਨ੍ਹ ਦੇ ਜਿਹੜੇ ਇਹ ਸ਼ਬਦ ਨਹੀਂ ਹੈ, ਉਸ ਤਰ੍ਹਾਂ ਦਾ ਵਰਡ ਨਹੀਂ ਹੈ ਜਿਵੇਂ ਲਿਪੀ 'ਚ ਲਿਖਿਆ ਜਾਂਦਾ ਹੁੰਦਾ। ਇਹ ਲਿਪੀ ਦਾ ਚਿੰਨ੍ਹ ਨਹੀਂ, ਇੱਕ ਖਾਸ ਕਿਸਮ ਦਾ ਸੈਕਰਡ ਸਾਈਨ ਹੈ ਜਿਹੜਾ ਸਾਡੀ ਸਿੱਖ ਸਾਧਨਾ, ਸਿੱਖ ਦਾਰਸ਼ਨਿਕਤਾ, ਸਿੱਖ ਅਧਿਆਤਮਿਕਤਾ ਦਾ ਇੱਕ ਉਹ ਮਤਲਬ ਪ੍ਰਗਟ ਰੂਪ ਹੈ ਜਿਹਦੇ ਲਈ ਲਫ਼ਜ਼ ਜੇ ਅਸੀਂ ਕਹਿੰਦੇ ਹਾਂ ਦਾ ਸਿੰਬਲ ਡਿਵਾਈਨ, ਮਤਲਬ ਉਹ ਆਪਣੇ ਆਪ ਦੇ ਵਿੱਚ ਪਵਿੱਤਰ ਆ, ਉਹ ਕਿਸੇ ਹੋਰ ਪਵਿੱਤਰਤਾ ਦਾ ਪ੍ਰਤੀਕ ਨਹੀਂ ਹੈ, ਕਿਸੇ ਨੂੰ ਉਹਦੀ ਓਟ ਲੈਣ ਦੀ ਲੋੜ ਨਹੀਂ ਹੈ। ਉਹ ਆਪਣੇ ਆਪ ਦੇ ਵਿੱਚ ਗੁਰੂ ਜੀ ਦੇ ਐਕਸਪੀਰੀਅੰਸ ਦੇ ਵਿੱਚੋਂ, ਗੁਰੂ ਜੀ ਦੇ ਅਧਿਆਤਮਿਕ ਅਨੁਭਵ ਦੇ ਵਿੱਚੋਂ ਜਿਹੜਾ ਐਕਸਪੀਰੀਅੰਸ ਹੈ ਉਹਦਾ ਚਿੰਨ੍ਹ ਹੈ ਉਹ ਚਿੰਨ੍ਹ ਦੀ ਧੁਨੀ ਹੈ ਇਹ ਇੱਕ ਓਂਕਾਰ। ਇਹਦਾ ਉੱਦਾਂ ਕੋਈ ਨਾਮ ਨਹੀਂ ਹੈ, ਨਾ ਇੱਥੇ ਜਿਵੇਂ ਆਪਾਂ ਕਹਿੰਦਾ ਇਹਦਾ ਨਾਂ ਊੜਾ ਹੈ, ਇਹਦਾ ਨਾਂ ਆੜਾ ਹੈ, ਇਹਦਾ ਨਾਂ ਕੱਕਾ ਹੈ, ਇਹਦਾ ਨਾਂ ਏ ਹੈ, ਇਹਦਾ ਨਾਂ ਬੀ ਹੈ, ਇਸ ਤਰ੍ਹਾਂ ਦਾ ਕੋਈ ਨਾਂ ਨਹੀਂ ਹੈ। ਇਹਦੀ ਧੁਨ ਹੈ ਸਿਰਫ ਓਂਕਾਰ। ਆ ਦੀ ਧੁਨ ਇੱਕ ਹੈ, ਆ ਦੀ ਧੁਨ ਹੈ, ਇਹ ਮੁੱਢਲੀ ਧੁਨ ਹੈ। ਇਹਦਾ ਉਚਾਰਨ ਤੁਸੀਂ ਮੂਲ ਮੰਤਰ ਦਾ ਕਹਿ ਰਹੇ ਸੀਗੇ। ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ। ਜੀ ਹੁਣ ਇਹਨਾਂ ਦੇ ਮੂਲ ਮੰਤਰ ਦੇ ਇਸ ਉਚਾਰਨ ਦੇ ਵਿੱਚ ਤੁਸੀਂ ਸਿਹਾਰੀ, ਔਂਕੜ, ਸਾਰੀਆਂ ਮਾਤਰਾਵਾਂ ਕੋਸ਼ਿਸ਼ ਕੀਤੀ ਆ ਉਚਾਰਨ ਕਰਨ ਦੀ। ਅਜੂਨੀ ਵੀ ਲਈ ਵੀ ਅਸੀਂ ਅੱਜ ਕੱਲ੍ਹ ਨਾ ਟਿੱਪੀ ਲਾਉਣ ਲੱਗੇ ਜੱਜੇ ਤੇ, ਅਜੂਨ ਨਹੀਂ ਕਹਿਣ ਲੱਗੇ। ਜਦੋਂ ਕਹੇਗਾ ਅਜੂਨੀ ਸੈਭੰ ਦੇ ਵਿੱਚ ਜਿਹੜੀ ਟਿੱਪੀ ਲੱਗੀ ਆ, ਸੰਗਤ ਦੇ ਵਿੱਚ ਮਤਲਬ ਜਦੋਂ ਪਾਠ ਸੁਣੀਦਾ ਤਾਂ ਅਕਸਰ ਸਾਡੇ ਜਿਹੜੇ ਸੰਗਤ ਦੇ ਵਿੱਚ ਪਾਠ ਦੇ ਜਿਹੜੀਆਂ ਉਕਾਈਆਂ ਨੇ ਉਹਨਾਂ ਵਿੱਚੋਂ ਇੱਕ ਇਹ ਵੀ ਮੁੱਢਲੀ ਜਿਹੜੀ ਉਕਾਈ ਆ ਉਹ ਸ਼ਾਮਲ ਹੈ ਨਿਰਭਉ ਪੜ੍ਹ ਜਾਂਦੇ ਆ, ਭੱਬੇ ਕੰਨਾ ਲਾ ਜਾਂਦੀ ਹੈ ਸੰਗਤ, ਹੈ ਨਾ, ਪੜ੍ਹਨ ਲੱਗਿਆ ਨਿਰਭਉ ਜਾਂ ਆ ਜੂਨੀ ਆ ਜੂਨ ਐੜੇ ਕੰਨਾ ਲੱਗ ਜਾਂਦਾ ਸੰਗਤ ਦੇ। ਸੋ ਇਹ ਗੱਲਾਂ ਸਾਨੂੰ ਬਹੁਤ ਹੀ ਧਿਆਨ ਦੇਣ ਗੋਚਰੇ ਨੇ ਵੀ ਅਸੀਂ ਜਦੋਂ ਬਾਣੀ ਪੜ੍ਹ ਰਹੇ ਹਾਂ, ਜੇ ਵੈਰੀ ਫਸਟ ਸਭ ਤੋਂ ਮੁੱਢਲਾ ਜਿਹੜਾ ਮੂਲ ਮੰਤਰ ਹੈ ਸ੍ਰੀ ਜਪਜੀ ਸਾਹਿਬ ਦੇ ਅੰਦਰ, ਉਹ ਹੀ ਅਸੀਂ ਸੁੱਧ ਨਹੀਂ ਪੜ੍ਹ ਰਹੇ ਤੇ ਅੱਗੇ ਬਾਣੀ ਕਿਵੇਂ ਆਪਾਂ ਸੋਚ ਸਕਦੇ ਹਾਂ। ਸੋ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਇਹ ਸਾਨੂੰ ਇਸ ਤਰ੍ਹਾਂ ਉਚਾਰਨ ਦੱਸ ਰਹੇ ਹੋ। ਕਿਰਪਾ ਕਰਕੇ ਮੈਨੂੰ ਐਂ ਦੱਸੋ ਵੀ ਇਹ ਜਿਹੜਾ ਸਾਰਾ ਰੁਝਾਨ ਹੈ ਇਹ ਚੱਲਿਆ ਕਿਵੇਂ, ਜਿਹੜਾ ਮਾਤਰਾਵਾਂ ਨੂੰ ਇਗਨੋਰ ਕਰਕੇ, ਮਾਤਰਾਵਾਂ ਦੀ ਅਣਦੇਖੀ ਕਰਕੇ ਤੇ ਅਰਥਮੂਲਕ ਉਚਾਰਨ ਜਿਹੜਾ ਸਾਡੇ ਸਾਹਮਣੇ ਆ ਰਿਹਾ ਰੁਝਾਨ, ਇਹਦੀ ਸ਼ੁਰੂਆਤ ਹੋਈ ਕਿਵੇਂ, ਤੁਸੀਂ ਕੀ ਸਮਝਦੇ ਹੋ? ਮਨੁੱਖ ਦੀ ਨਾ ਇੱਕ ਪ੍ਰਵਿਰਤੀ ਹੈ, ਸੁਭਾਵਿਕ, ਕੁਦਰਤ ਨੇ ਬਣਾਈ ਹੈ ਕਿ ਅਸੀਂ ਸੌਖ ਵੱਲ ਬਹੁਤ ਵੱਧਦੇ ਹਾਂ ਜੀ। ਇਹ ਮੁੱਖ ਸੁੱਖ ਜਿਹਨੂੰ ਕਹਿੰਦੇ ਆਪਾਂ ਸੌਖੇ ਅਰਥਾਂ 'ਚ, ਇੱਕ ਤਾਂ ਵੱਡਾ ਕਾਰਨ ਇਹਦਾ ਇਹ ਹੈ ਕਿ ਅਸੀਂ ਸੌਖ ਵੱਲ ਬਹੁਤ ਵੱਧਦੇ ਹਾਂ। ਗੁਰਬਾਣੀ ਅੱਜ ਤੋਂ 500 ਸਾਲ ਪੁਰਾਣਾ ਪਾਠ ਹੈ ਭਾਸ਼ਾ ਵਿਗਿਆਨ ਦੀ ਦ੍ਰਿਸ਼ਟੀ ਤੋਂ, ਥਿਓਲੋਜੀ ਧਰਮ ਦੇ ਦ੍ਰਿਸ਼ਟੀਕੋਣ ਤੋਂ ਨਿਤਨਮ ਹੈ, ਉਹ ਪੁਰਾਣਾ ਨਹੀਂ ਹੋਣ ਵਾਲਾ। ਪਰ ਆਪਾਂ ਭਾਸ਼ਾ ਵਿਗਿਆਨ ਦੀ ਦ੍ਰਿਸ਼ਟੀ ਤੋਂ ਗੱਲ ਕਰ ਰਹੇ ਹਾਂ ਕਿ 500 ਸਾਲ ਪੁਰਾਣੇ ਪਾਠ ਨੂੰ ਅੱਜ ਦੀ ਵਰਤਮਾਨ ਪੰਜਾਬੀ ਅਨੁਸਾਰ ਨਹੀਂ ਪੜ੍ਹਿਆ ਜਾ ਸਕਦਾ, ਉਹ ਪੁਰਾਣੀ ਪੰਜਾਬੀ ਅਨੁਸਾਰ ਹੀ ਪੜ੍ਹਿਆ ਜਾ ਸਕਦਾ ਹੈ। ਉਹ ਕਾਰਨ ਇੱਕ ਸਾਡੇ ਤੇ ਵਰਤਮਾਨ ਜਿਹੜੀ ਸਾਡੀ ਮਾਂ ਬੋਲੀ ਹੁੰਦੀ ਹੈ, ਅਸੀਂ ਸਹਿਜ ਸੁਭਾਅ ਬੋਲਦੇ ਹਾਂ। ਜਿਵੇਂ ਹੁਣ ਆਪਾਂ ਬਿਨਾਂ ਕਿਸੇ ਜ਼ੋਰ ਦੇ ਬੋਲ ਰਹੇ ਹਾਂ, ਜੇ ਆਪਾਂ ਇਹੀ ਗੱਲਬਾਤ ਅੰਗਰੇਜ਼ੀ ਵਿੱਚ ਕਰਨੀ ਹੁੰਦੀ ਤਾਂ ਸਾਨੂੰ ਥੋੜ੍ਹਾ ਜਿਹਾ ਸਟ੍ਰੈਸ ਪੈਣਾ ਸੀਗਾ, ਅਸੀਂ ਸੋਚ ਕੇ ਬੋਲਦੇ। ਪਰ ਪੰਜਾਬੀ ਬੋਲਣ ਲੱਗਿਆਂ ਜਾਂ ਮਾਂ ਬੋਲੀ ਬੋਲਣ ਲੱਗਿਆਂ ਸੋਚਣਾ ਨਹੀਂ ਪੈਂਦਾ। ਇਸ ਕਰਕੇ ਸਾਡੇ ਤੇ ਇਹ ਪ੍ਰਭਾਵ ਹੈ ਜਿਹੜਾ ਪੰਜਾਬੀ ਦਾ ਪ੍ਰਭਾਵ ਪੈ ਗਿਆ, ਉਹ ਗੁਰਬਾਣੀ ਤੇ ਵੀ ਪੈ ਗਿਆ। ਅਸੀਂ ਜੇ ਅੰਗਰੇਜ਼ੀ 'ਚ ਗੱਲਬਾਤ ਵੀ ਕਰਾਂਗੇ ਤਾਂ ਪੰਜਾਬੀ ਵਰਗੀ ਕਰਾਂਗੇ ਜੀ। ਸਾਡਾ ਜਿਹਨੂੰ ਲਹਿਜਾ ਕਹਿੰਦੇ ਆ, ਐਕਸੈਂਟ ਕਹਿੰਦੇ ਆ, ਉਹ ਪੰਜਾਬੀ ਵਰਗਾ ਹੀ ਹੋਏਗਾ। ਇਸੇ ਤਰ੍ਹਾਂ ਜਿਹੜਾ ਗੁਰਬਾਣੀ ਦਾ ਲਹਿਜਾ ਹੈ ਉਹ ਸਹਿਜ ਸੁਭਾਅ ਪੰਜਾਬੀ ਵਰਗਾ ਕਰ ਲਿਆ ਸੀ ਜੀ, ਅਚੇਤ ਭੋਲੇਪਣ ਵਿੱਚ, ਜਾਂ ਅਸੀਂ ਧਿਆਨ ਨਹੀਂ ਦਿੱਤਾ। ਦੂਜੀ ਗੱਲ ਸੌਖਾ ਬੜਾ ਹੈ, ਅੰਤਮ ਔਕੜ ਸਿਹਾਰੀ, ਕਿਉਂਕਿ ਪੰਜਾਬੀ 'ਚੋਂ ਖਤਮ ਹੋ ਗਏ ਨੇ ਤੇ ਸੌਖੇ ਨੇ ਬੋਲਣੇ, ਇਹ ਤੇ ਮਿਹਨਤ ਕਰਨੀ ਪੈਂਦੀ ਹੈ। ਤੀਜੀ ਗੱਲ ਇਹ ਹੈਗੀ ਹੈ ਕਿ ਸਾਡੇ ਕੁਛ ਵੀਰਾਂ ਨੇ ਇਹ ਪ੍ਰਚਾਰਨਾ ਸ਼ੁਰੂ ਕਰਤਾ ਕਿ ਇਹਨਾਂ ਦੀ ਲੋੜ ਨਹੀਂ ਬੋਲਣ ਦੀ। ਉਹ ਫਿਰ ਆਮ ਬੰਦਾ ਸੋਚਦਾ ਹੈ ਵੀ ਮਤਲਬ ਜਦੋਂ ਸਕਾਲਰ ਕਹਿ ਰਹੇ ਨੇ ਜੀ ਸ਼ਾਇਦ ਲੋੜ ਨਾ ਹੋਵੇ, ਹਾਲਾਂਕਿ ਇਹ ਕਹਿਣ ਦੀ ਲੋੜ ਨਹੀਂ ਸੀ। ਜੇ ਉਹ ਤੁਹਾਨੂੰ ਸ਼ਾਇਦ ਇਸ ਗੱਲ ਦਾ ਪਤਾ ਹੀ ਹੈ ਕਿ ਗੁਰਬਾਣੀ ਦੇ ਵਿੱਚ ਜਿਹੜਾ ਅੰਤਮ ਔਂਕੜ ਸਿਹਾਰੀ ਹੈ, ਵਿਆਕਰਣ ਹੁੰਦੀ ਹੈ ਜਿਹੜੀ ਨਾ, ਉਹ ਸ਼ਬਦ ਦੇ ਅੰਤ ਵਿੱਚ ਹੀ ਹੁੰਦੀ ਹੈ। ਇਹ ਵਿਆਕਰਣਕ ਵੀ ਨੇ ਤੇ ਉਚਾਰਨਾਤਮਕ ਵੀ ਨੇ ਤੇ ਅਰਥਾਤਮਕ ਵੀ ਨੇ। ਅਰਥ ਤਾਂ ਸਪਸ਼ਟ ਹੀ ਇਹ ਕਰਦੇ ਨੇ ਜੀ, ਜੇ ਅਸੀਂ ਨਾ ਬੋਲੀਏ ਤਾਂ ਅਰਥ ਸਪਸ਼ਟ ਕਿੱਥੋਂ ਹੋਊਗਾ? ਬਿਲਕੁਲ।
ਇੱਕ ਪਾਸੇ ਤਾਂ ਕਿਹਾ ਜਾਂਦਾ ਹੈ ਵੀ ਅਰਥ ਸਪਸ਼ਟ ਨਹੀਂ ਹੁੰਦਾ ਜੀ, ਬਿੰਦੀ ਲਾਓ, ਅਧਕ ਲਾਓ, ਟਿੱਪੀ ਲਾਓ, ਵਿਸ਼ਰਾਮ ਲਾਓ ਜੀ। ਇੱਕ ਪਾਸੇ ਜਿਹੜੇ ਅਰਥਾਂ ਲਈ ਲੱਗੇ ਹੋਏ ਨੇ ਚਿੰਨ੍ਹ, ਔਂਕੜ ਸਿਹਾਰੀ ਜਿਹਨੂੰ ਆਪਾਂ ਕਹਿੰਦੇ ਨੇ, ਵੈਸੇ ਬਾਕੀ ਵੀ ਦਲਾਵਾਂ ਵੀ ਮਤਲਬ ਸੇਮ ਕਾਰਕ ਹੈ ਦਲਾਵਾਂ ਤੇ ਉਹਦਾ ਸਿਹਾਰੀ ਦਾ ਕਿਤੇ ਕਿਤੇ, ਤਾਂ ਇਹਦਾ ਮਤਲਬ ਇਹ ਹੈ ਵੀ ਉਹ ਅਸੀਂ ਕਹਿ ਦਿੰਦੇ ਹਾਂ ਵੀ ਇਹ ਬੋਲਣੇ ਨਹੀਂ ਚਾਹੀਦੇ। ਇਹ ਥੋੜ੍ਹਾ ਜਿਹਾ ਭੋਲੇਪਣ 'ਚ ਹੋ ਗਿਆ। ਇਹ ਕਿਵੇਂ ਜਿਹੜੀਆਂ ਅੱਜ ਧੁਨੀਆਂ ਨੇ, ਉਹ ਕਈ ਧੁਨੀਆਂ ਅਸੀਂ ਗਏ ਦੇਖਦੇ ਹਾਂ ਵੀ ਨੌਜਵਾਨ ਪੀੜ੍ਹੀ ਖਾਸ ਕਰਕੇ ਉਹ ਭੁੱਲ ਗਈ। ਉਹ ਕੁਝ ਧੁਨੀਆਂ ਦਾ ਉਚਾਰਨ ਵੀ ਕਰਨਾ, ਜਿਵੇਂ ਨਾਸਕੀ ਧੁਨੀਆਂ ਦਾ ਉਚਾਰਨ ਕਰਨਾ ਯੂਥ ਲਈ ਅੱਜ ਸਾਡੇ ਨੌਜਵਾਨ ਜਿਹੜੇ ਨੇ ਉਹਨਾਂ ਲਈ ਥੋੜ੍ਹਾ ਜਿਹਾ ਔਖਾ ਜਾਪਦਾ ਉਹਨਾਂ ਨੂੰ। ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਹਾਂਜੀ, ਬੜਾ ਅੱਛਾ ਸਵਾਲ ਕੀਤਾ ਤੁਸੀਂ। ਦੇਖੋ, ਹਰ ਭਾਸ਼ਾ ਨਾਲ ਨਾ ਇੱਕ ਵਰਤਾਰਾ ਵਰਤਦਾ ਹੈ। ਭਾਸ਼ਾ ਲਗਾਤਾਰ ਬਦਲਦੀ ਰਹਿੰਦੀ ਹੈ, ਇਹ ਉਹਦਾ ਕੁਦਰਤੀ ਸੁਭਾਅ ਹੈ। ਇਹ ਭਾਸ਼ਾ ਦਾ ਮੁੱਖ ਲੱਛਣ ਹੈ ਕਿ ਉਹ 200-400 ਸਾਲਾਂ ਬਾਅਦ ਬਦਲ ਜਾਂਦੀ ਹੈ। ਅੱਜ ਕੱਲ੍ਹ ਇਹ ਰੇਟ ਹੈ ਜਿਹੜਾ, ਅੱਜ ਕੱਲ੍ਹ ਇਹ ਜਿਹੜੀ ਡਿਊਰੇਸ਼ਨ ਹੈ ਉਹ 50 ਸਾਲ 'ਚ ਹੋ ਗਈ ਜੀ। ਪਹਿਲਾਂ 500 ਸਾਲ ਬਾਅਦ ਬਦਲਦਾ ਹੁੰਦਾ ਸੀ। ਇਸ ਕਰਕੇ ਕਈ ਧੁਨੀਆਂ ਵਿੱਚੋਂ ਨਵੀਆਂ ਆ ਜਾਂਦੀਆਂ ਨੇ, ਕਈ ਪੁਰਾਣੀਆਂ ਵਿੱਚੋਂ ਲੋਪ ਹੋ ਜਾਂਦੀਆਂ ਨੇ। ਇਹ ਵਰਤਾਰਾ ਚੱਲਦਾ ਰਹਿੰਦਾ। ਗੁਰਮੁਖੀ ਵਿੱਚੋਂ ਵੀ, ਪੰਜਾਬੀ ਵਿੱਚੋਂ ਵੀ ਕਈ ਧੁਨੀਆਂ ਨੇ ਆਪਣੇ ਰੂਪ ਬਦਲ ਲਏ ਨੇ ਜੀ। ਕਈ ਧੁਨੀਆਂ ਲੋਪ ਹੋਣ ਦੇ ਕੰਢੇ ਜਾਂ ਲੋਪ ਹੋ ਗਈਆਂ ਨੇ, ਕਈ ਧੁਨੀਆਂ ਨਵੀਆਂ ਆ ਗਈਆਂ, ਜਿਵੇਂ ਸ਼, ਖ, ਜ਼ ਜਿਹੜੀਆਂ ਇਹ ਧੁਨੀਆਂ ਨੇ ਇਹ ਸਾਡੇ 'ਚ ਨਵੀਆਂ ਆਈਆਂ ਨੇ। ਮਤਲਬ ਇਹ ਆਈਆਂ ਨੇ 19ਵੀਂ ਸਦੀ ਦੇ ਕਿਤੇ ਲਵੇ ਲਾਉਣੇ ਜੀ। ਤਾਂ ਜਦੋਂ ਅਸੀਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਪਾਠ ਹੈ ਇਹ ਅੱਜ ਤੋਂ ਮਤਲਬ ਇਹ ਹੈਗਾ 14ਵੀਂ-15ਵੀਂ ਸਦੀ ਦਾ ਜੀ। ਅਸੀਂ ਜਿਹੜਾ ਉਚਾਰਨ ਕਰਨਾ ਉਹ 14ਵੀਂ-15ਵੀਂ ਸਦੀ ਵਾਲਾ ਕਰਨਾ ਜਦੋਂ ਪਾਠ ਕਰਨਾ। ਜਦੋਂ ਅਰਥ ਕਰਨਾ ਉਹ ਵਰਤਮਾਨ ਵਾਲਾ ਕਰਨਾ। ਅੱਜ ਤੋਂ 500 ਸਾਲ ਬਾਅਦ ਇਹ ਭਾਸ਼ਾ ਨੇ ਹੋਰ ਬਦਲ ਜਾਣਾ ਤਾਂ ਫਿਰ ਇਹ ਤਾਂ ਨਹੀਂ ਨਾ ਹੈਗਾ ਕਿ ਅਸੀਂ ਅੱਜ ਤੋਂ ਬਾਅਦ 500 ਸਾਲ ਬਾਅਦ ਫੇਰ ਉਚਾਰਨ ਹੋਰ ਬਦਲ ਦਾਂਗੇ। ਬਹੁਤ ਸਾਰੀਆਂ ਧੁਨੀਆਂ ਚਲੀਆਂ ਜਾਣਗੀਆਂ, ਜਿਵੇਂ ਗੰਗਾ ਧੁਨੀ ਲਗਭਗ ਚਲੀ ਗਈ ਪੰਜਾਬੀ 'ਚੋਂ, ਗੁਰਬਾਣੀ 'ਚ ਨਹੀਂ ਗਈ। ਕਾਇਦੇ ਦੇ ਵਿੱਚ ਵੀ ਖਾਲੀ ਦੱਸਿਆ ਜਾਂਦਾ, ਹਾਂ ਉਹ ਖਾਲੀ ਰਹਿ ਗਿਆ। ਹੁਣ ਕਰਿਆ ਕੀ ਜਾਵੇ। ਅੰਗਰੇਜ਼ੀ ਨਾਲ ਵੀ ਐਵੇਂ ਵਾਪਰਿਆ ਜੀ। ਬਹੁਤ ਕੁਛ, ਹਿੰਦੀ, ਸੰਸਕ੍ਰਿਤ 'ਚੋਂ 5 ਧੁਨੀਆਂ ਲੋਪ ਹੋ ਗਈਆਂ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਲਗਭਗ 12 ਧੁਨੀਆਂ, ਮਤਲਬ ਮੋਟਾ ਜਿਹਾ ਸਰਵੇਖਣ ਇਹ ਕਹਿੰਦਾ ਕਿ ਅਸੀਂ ਭੁੱਲ ਚੁੱਕੇ ਹਾਂ। ਉਹਨਾਂ 'ਚੋਂ ਮੈਂ ਇੱਕ ਉਦਾਹਰਨ ਦੱਸਦਾ ਤੁਹਾਨੂੰ। ਅੱਜ ਕੱਲ੍ਹ ਅਸੀਂ ਅੰਤਮ ਜਿਹੜਾ ਮੁਕਤਾ ਅੰਤ ਹੁੰਦਾ ਜੀ, ਉਹਨੂੰ ਅਸੀਂ ਵਿਅੰਜਨੰਤ ਬੋਲਦੇ ਹਾਂ। ਮਤਲਬ ਉਦਾਹਰਨ ਵਜੋਂ ਦੱਸਦਾ ਤੁਹਾਨੂੰ, ਜਿਵੇਂ ਫਿਰ ਸੌਖਾ ਲੱਗੂਗਾ, ਥੋੜ੍ਹਾ ਤਕਨੀਕੀ ਆ ਗੱਲ ਹੈ। ਜਿਵੇਂ ਅਸੀਂ ਬੋਲਦੇ ਹਾਂ ਨਾਨਕ, ਰਾਮ, ਨਾਮ, ਸੰਤ, ਜਦੋਂ ਕਿ ਗੁਰੂ ਕਾਲ ਦੀ ਜਿਹੜੀ ਭਾਸ਼ਾ ਉਹਦੇ ਵਿੱਚ ਸਾਰੇ ਦੇ ਸਾਰੇ ਸ਼ਬਦ ਨੇ ਜਿਹੜੇ ਮੁਕਤਾਂਤ ਤੋਂ ਸਵਰੰਤ ਨੇ ਜੀ। ਮਤਲਬ ਉੱਥੇ ਅਸੀਂ ਨਾਮ, ਨਾਨਕ, ਕੱਕੇ ਵਿੱਚ ਵੀ ਆੜਾ ਹੈ ਜੀ। ਇਹ ਅਸੀਂ ਛੱਡ ਗਏ, ਹੁਣ ਪੰਜਾਬੀ 'ਚ ਨਹੀਂ ਰਿਹਾ। ਅਸੀਂ ਇਹ ਵੀ ਛੱਡ ਗਏ, ਪਹਿਲਾਂ ਔਂਕੜ ਸਿਹਾਰੀ ਵੀ ਛੱਡ ਗਏ। ਪੰਜਾਬੀ 'ਚ ਛੱਡ ਦੇਣਾ ਕੋਈ ਮਾੜੀ ਗੱਲ ਨਹੀਂ, ਇਹਦੇ ਤੇ ਅਸੀਂ ਸਮੇਂ ਦੇ ਅਨੁਸਾਰ ਹੀ ਰਹਿਣਾ। ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਵੇਲੇ ਤਾਂ ਇਹ ਚੀਜ਼ਾਂ ਛੱਡ ਨਹੀਂ ਸਕਦੇ। ਅਸੀਂ ਗੁਰੂ ਕਾਲ ਜੋ ਗੁਰੂ ਸਾਹਿਬ ਨੇ ਲਿਖਿਆ, ਗੁਰੂ ਅਰਜਨ ਦੇਵ ਪਾਤਸ਼ਾਹ ਨੇ ਐਡਿਟ ਕਰਕੇ ਸਾਨੂੰ ਦਿੱਤਾ ਆਪਣਾ ਧੁਨ, ਅਸੀਂ ਉਹਨੂੰ ਸੁਰੱਖਿਅਤ ਰੱਖਣਾ ਬਹੁਤ ਜ਼ਰੂਰੀ ਹੈ ਜੀ। ਡਾਕਟਰ ਸਾਹਿਬ ਇਹ ਕਹਿ ਦੱਸੋ, ਜਿਹੜਾ ਅੱਜ ਦੇ ਟਾਈਮ ਦੇ ਉੱਤੇ ਸਮੇਂ 'ਤੇ ਅੱਧਕ ਦੀ ਵਰਤੋਂ ਬੜੀ ਜ਼ਿਆਦਾ ਹੋ ਰਹੀ ਆ। ਈਵਨ ਕਿ ਗੁਰਬਾਣੀ ਨੂੰ ਛੱਡੋ ਤੁਸੀਂ, ਗੁਰਬਾਣੀ ਤਾਂ ਚਲੋ ਆਪਾਂ ਮਸਲਾ ਲੈ ਹੀ ਰਹੇ ਹਾਂ ਉਚਾਰਨ ਦਾ। ਆਮ ਜਿਹੜੀ ਆਪਣੀ ਬੋਲ ਚਾਲ ਦੀ ਭਾਸ਼ਾ ਜਿਹੜੀ, ਜਾਂ ਆਪਾਂ ਜਦੋਂ ਲਿਖਤ ਪੰਜਾਬੀ ਲਿਖਦੇ ਹਾਂ ਉਹਦੇ ਵਿੱਚ ਇਹ ਆਪਾਂ ਨਜਾਇਜ਼ ਅੱਧਕ ਦੀ ਵਰਤੋਂ ਕਰਦੇ ਹਾਂ। ਡਾਕਟਰ ਸਾਹਿਬ ਉਦਾਹਰਨ ਦੇ ਤੌਰ 'ਤੇ ਆਪਾਂ ਪੜ੍ਹਦੇ ਹਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਉੱਥੇ ਜਿਹੜਾ ਮਹੱਤ ਹੈ ਉਹ ਮਹੱਤ ਕਹਿਣਾ, ਜਿਵੇਂ ਇੱਥੇ ਜੋ ਮੈਨੂੰ ਸਮਝ ਲੱਗ ਰਿਹਾ ਹੈ ਵੀ ਆਪਾਂ ਅੱਧਕ ਲਗਾ ਕੇ ਉਚਾਰਨ ਕਰ ਰਹੇ ਹਾਂ। ਇਸੇ ਤਰ੍ਹਾਂ ਹੋਰ ਅਨੇਕ ਜਿਹੜੇ ਸ਼ਬਦ ਨੇ ਜਿਨ੍ਹਾਂ ਦੇ ਵਿੱਚ ਅੱਧਕ ਦੀ ਵਰਤੋਂ ਕੀਤੀ ਜਾਂਦੀ ਹੈ ਗੁਰਬਾਣੀ ਪੜ੍ਹਨ ਲੱਗਿਆਂ। ਤੁਹਾਡਾ ਕੀ ਕਹਿਣਾ? ਆਪਾਂ ਥੋੜ੍ਹਾ ਜਿਹੀ ਗੱਲ ਨਾ ਪਹਿਲਾਂ ਅੱਧਕ 'ਤੇ ਗੱਲ ਕਰ ਲਈਏ, ਛੋਟੀ ਜੀ ਜੀ। ਇਸ ਨੂੰ ਤਕਨੀਕੀ ਭਾਸ਼ਾ ਵਿੱਚ ਅਖੰਡ ਧੁਨੀ ਚਿੰਨ੍ਹ ਕਹਿੰਦੇ ਨੇ। ਅਖੰਡ ਧੁਨੀ ਚਿੰਨ੍ਹ, ਸੁਪਰ ਸੈਜਾਮੈਂਟਲ। ਇਹਦਾ ਮਤਲਬ ਇਹਨਾਂ 'ਚੋਂ ਸਿਰਫ ਅੱਧਕ ਐਸੀ ਇੱਕ ਧੁਨੀ ਹੈ ਜਿਹੜੀ ਹਾਲੇ ਤੱਕ ਪੂਰੀ ਤਰ੍ਹਾਂ ਸਥਾਪਿਤ ਨਹੀਂ ਹੈ। ਕਿਤੇ ਲੱਗਦੀ ਹੈ, ਕਿਤੇ ਨਹੀਂ ਲੱਗਦੀ, ਲਾਉਣੀ ਕਿੱਥੇ ਹੈ, ਕਿੱਥੇ ਨਹੀਂ ਲਾਉਣੀ, ਇਹ ਕਾਫੀ ਅਜੇ ਤੱਕ ਹਾਲੇ ਇਸ ਦਾ ਸਥਾਨ ਵੀ ਨਿਸ਼ਚਿਤ ਨਹੀਂ ਹੋਇਆ ਜੀ। ਜਿੱਥੋਂ ਤੱਕ ਗੁਰਬਾਣੀ ਦਾ ਸਵਾਲ ਹੈ, ਇਸ ਤਰ੍ਹਾਂ ਦਾ ਕੋਈ ਚਿੰਨ੍ਹ ਗੁਰਬਾਣੀ 'ਚ ਨਹੀਂ ਮਿਲਦਾ। ਅਪਭ੍ਰੰਸ਼ਾਂ ਤੇ ਵਿੱਚ ਆ ਕੇ ਇਹ ਤਕਰੀਬਨ ਇਹ ਚਿੰਨ੍ਹ ਖਤਮ ਹੋ ਗਿਆ, ਖਾਸ ਕਰਕੇ ਅਵਹਟ ਵਿੱਚ ਜੀ। ਗੁਰੂ ਕਾਲ ਦੀ ਬਿਲਕੁਲ ਸਮਕਾਲ ਦੀ ਭਾਸ਼ਾ ਹੈ ਅਵਹਟ, ਉਹਦੇ ਵਿੱਚ ਆ ਕੇ ਇਹ ਜਿਹੜਾ 200-250 ਸਾਲ ਦਾ ਵਕਫ ਹੈ
ਜੀ ਇਹਦੇ ਵਿੱਚ ਅਦਕ ਨਾਂ ਦਾ ਦੁੱਤੀਕਰਨ ਜਿਹਨੂੰ ਕਹਿੰਦੇ ਆਪਾਂ ਜੀ ਜੀ ਤਕਨੀਕੀ ਭਾਸ਼ਾ 'ਚ ਦੁੱਤੀਕਰਨ 'ਚ ਉਹ ਖਤਮ ਹੈ। ਗੁਰਬਾਣੀ ਵਿੱਚ ਇਸ ਕਰਕੇ ਇਹ ਚਿੰਨ੍ਹ ਨਹੀਂ ਆਇਆ। ਸਾਡੀਆਂ ਬਾਕੀ ਵੀ ਜਿੰਨੀਆਂ ਵੀ ਲਿਖਤਾਂ ਨੇ ਆਪਾਂ ਕਹਿ ਸਕਦੇ ਹਾਂ 1840 ਤੱਕ ਜੀ ਉਹਨਾਂ 'ਚ ਇਹ ਚਿੰਨ੍ਹ ਦੀ ਵਰਤੋਂ ਨਹੀਂ। ਜੇ ਕੀਤੀ ਵੀ ਹੈ ਤਾਂ ਸੰਪਾਦਕਾਂ ਨੇ ਕੀਤੀ ਹੈ ਜੀ, ਜਿਵੇਂ ਦਸਮ ਲਿਖਤੀ ਗ੍ਰੰਥ ਰੂਪ 'ਚ, ਸਾਹਿਬ ਦੇ ਵਿੱਚ ਹਾਂ। ਲਿਖਤ ਵਿੱਚ ਲਿਖਤ ਇਹ ਵਿੱਚ ਨਹੀਂ ਸੀ ਤਾਂ ਹੈਗੀ। ਤੇ ਜਿੱਥੇ ਤੱਕ ਹੁਣ ਆਪਾਂ ਗੁਰਬਾਣੀ 'ਚ ਸ਼ਾਮਲ ਕਰਨ ਲੱਗ ਗਏ ਉਹ ਪੰਜਾਬੀ ਦਾ ਪ੍ਰਭਾਵ ਪੈ ਗਿਆ ਸਾਡੇ ਤੇ। ਜੀ ਹੁਣ ਜਿਵੇਂ ਤੁਸੀਂ ਜਿਹੜਾ ਲਫ਼ਜ਼ ਵਰਤਿਆ ਐਕਚੁਅਲੀ ਅਸਲ ਵਿੱਚ ਹੈਗਾ ਇਹਦਾ ਸੰਬੰਧ ਉਚਾਰਖੰਡ ਨਾਲ ਹੈ, ਜੀ ਸਲੇਵਿਕ ਸਿਸਟਮ ਨਾਲ ਹੈ। ਉਹ ਥੋੜਾ ਤਕਨੀਕੀ ਹੋ ਜਾਏਗਾ, ਇੱਥੇ ਸੰਗਤਾਂ ਨੂੰ ਥੋੜਾ ਮੁਸ਼ਕਲ ਲੱਗੇਗੀ ਗੱਲ, ਆਪਾਂ ਇਦਾਂ ਦੇ ਗੱਲਾਂ 'ਚ ਨਾ ਜਾਈਏ। ਉਹ ਹੈ ਇਸ ਤਰ੍ਹਾਂ ਜਿਵੇਂ ਸ਼ਬਦ ਹੈ ਜਗਤ ਜਗਤ ਹਾਲਤ ਪਾਲਤ, ਇਸੇ ਤਰ੍ਹਾਂ ਮਹਤ ਜੀ ਸ਼ਬਦ ਹੈ ਤ ਤੇ ਹਾਂ, excess ਇਹ ਦੇ ਨਾਲ ਮੰਮਾ ਪਾ ਹਾਹਾ ਪਲੱਸ ਤੱਤਾ ਹੈ, ਤੱਤਾ ਸੌਖੇ ਅਰਥਾਂ 'ਚ ਆਪਾਂ ਜੀ ਜੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗਤ। ਜਗਤ ਜਿਸ ਤਰ੍ਹਾਂ ਜਗਤ ਬੋਲਿਆ ਉਸ ਤਰ੍ਹਾਂ ਮਹਤ ਆ। ਬਾਕੀ ਸ਼ਬਦ ਵੀ ਨਾ ਜਿੰਨੇ ਬਾਣੀ ਚ ਆਉਂਦੇ ਨੇ, ਜਿਵੇਂ ਕੁਚਜੀ ਆ, ਬਾਣੀ ਦਾ ਨਾਮ ਸੁਚਜੀ ਆ, ਜੀ ਉਹ ਮਤਲਬ ਕੋ ਪਲੱਸ ਚਜੀ ਚਜੀ ਬੋਲੇ ਜਾ ਸਕਦੇ ਨੇ। ਥੋੜੀ ਜਿਹੀ ਮਿਹਨਤ ਦੀ ਲੋੜ ਹੈ ਸਰ, ਕੋਈ ਇਦਾਂ ਇਹ ਮੁਸ਼ਕਲ ਨਹੀਂ ਹੈ। ਜੀ ਜੀ ਡਾਕਟਰ ਸਾਹਿਬ, ਅਗਲਾ ਸਵਾਲ ਮੇਰਾ ਇਸੇ ਸੰਬੰਧ 'ਚ ਹੈ ਕਿ ਵਿਹਾਰਕ ਰੂਪ ਦੇ ਵਿੱਚ ਆਪਾਂ ਇਹ ਗੁਰਬਾਣੀ ਦਾ ਉਚਾਰਨ ਜਿਵੇਂ ਤੁਸੀਂ ਦੱਸ ਰਹੇ ਹੋ ਸੰਗਤ ਨੂੰ, ਉਸ ਤਰ੍ਹਾਂ ਕਰ ਸਕਦੇ ਹਾਂ ਕਿ ਇਹ ਪੋਸੀਬਲ ਹੈ, ਸੰਭਵ ਹੈ? ਦੇਖੋ ਜੀ, ਇਹ 100% ਸੰਭਵ ਹੈ ਜੀ। ਇਸ ਲਈ ਦੋ ਚੀਜ਼ਾਂ ਦਾ ਧਿਆਨ ਰੱਖਣ ਦੀ ਲੋੜ ਹੈ। ਆਪਾਂ ਇਸ ਗੱਲ ਨੂੰ ਵੀ ਬੜੀ ਜ਼ਿਆਦਾ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੀਆਂ ਜਿਹੜੀਆਂ ਉਕਾਈਆਂ ਹੁੰਦੀਆਂ ਨੇ ਗੁਰਬਾਣੀ ਪੜ੍ਹਨ ਵਿੱਚ, ਉਸ ਦਾ ਮਤਲਬ ਇਹ ਅੰਦਾਜ਼ਾ ਮੈਂ ਕੋਲੋਂ ਨਹੀਂ ਲਾ ਰਿਹਾ, ਬਕਾਇਦਾ ਇਹਦਾ ਸਰਵੇ ਕੀਤਾ ਗਿਆ ਇਸ 'ਤੇ ਕਿ 80 ਜਾਂ 83% ਸਿਰਫ ਬੇਧਿਆਨੀਆਂ ਕਰਕੇ ਹੋ ਰਿਹਾ। ਜੀ ਜੇ ਥੋੜ੍ਹਾ ਜਿਹਾ ਵੀ ਧਿਆਨ ਦੇ ਦਈਏ ਤਾਂ ਵੀ 80% ਸਾਡੀਆਂ ਗਲਤੀਆਂ ਵੈਸੇ ਠੀਕ ਹੋ ਜਾਣਗੀਆਂ। ਜੀ ਇਸ ਕਰਕੇ ਬਹੁਤਾ ਜ਼ਿਆਦਾ ਤਾਂ ਸਾਡਾ ਅਸੀਂ ਇਕੱਲਾ ਇਹ ਨਹੀਂ, ਅਸੀਂ ਬਾਕੀ ਚੀਜ਼ਾਂ ਖਾਂਦੇ ਵੀ ਬੇਧਿਆਨੇ ਆ, ਪੈਂਦੇ ਵੀ ਬੇਧਿਆਨੇ ਆ, ਤੁਰੇ ਵੀ ਬੇਧਿਆਨੇ ਜਾਂਦੇ ਆ। ਇਸੇ ਤਰ੍ਹਾਂ ਗੁਰਬਾਣੀ ਪੜ੍ਹਨ ਲੱਗਿਆ ਜੇ ਧਿਆਨ ਰੱਖ ਲਈਏ ਤਾਂ 80% ਅਸੀਂ ਗਲਤੀਆਂ ਠੀਕ ਕਰ ਸਕਦੇ ਹਾਂ। ਦੂਜਾ ਹੈਗਾ ਮੁਹਾਰਨੀ ਦਾ ਉਚਾਰਨ। ਜੇ ਅਸੀਂ ਮੁਹਾਰਨੀ ਦਾ ਚੰਗੀ ਤਰ੍ਹਾਂ ਉਹ ਕਰ ਲਈਏ, ਪੁਰਾਣੀ ਪਰੰਪਰਾ ਦੇ ਵਿੱਚ ਇਸ ਤਰ੍ਹਾਂ ਹੁੰਦਾ ਸੀ, ਮੈਂ ਇੱਕ ਦੋ ਥਾਂ ਪੜ੍ਹਿਆ ਵੀ ਜੇ ਸਾਲ ਲੱਗਦਾ, ਇੱਕ ਅੰਦਾਜ਼ਾ ਲਾਓ 1 ਸਾਲ ਲੱਗਦਾ ਜੇ ਜੀ, ਤਾਂ 2.5-3 ਮਹੀਨੇ ਜਿਹੜੇ ਕੇਵਲ ਮੁਹਾਰਨੀ ਤੇ ਜ਼ੋਰ ਲਾਏ ਜਾਂਦੇ ਆ। ਤੁਹਾਨੂੰ ਸ਼ਾਇਦ ਪਤਾ ਹੋਵੇ 3 ਕਲਾਸ ਤੱਕ ਮੁਹਾਰਨੀ ਚੱਲੀ ਜਾਂਦੀ ਸੀ, 3 ਸਾਲ ਮੁਹਾਰਨੀ ਪੱਕੀ ਕਰਾਉਂਦੇ ਸੀ ਮਾਸਟਰ ਪੁਰਾਣੇ। ਹੁਣ ਤੇ ਸਮੇਂ ਛੱਡ ਗਿਆ, ਫਿਰ ਸਾਨੂੰ ਆਉਂਦਾ ਵੀ ਕੀ ਆ। ਜੀ ਜੀ ਸਾਡੀ ਹਾਲਾਤ ਵੀ ਤਾਂ ਇਹੀ ਹੋ ਗਈ ਹੈ ਹੁਣ, ਨਾ ਅਸੀਂ ਅੰਗਰੇਜ਼ੀ ਜੋਗੇ, ਨਾ ਪੰਜਾਬੀ ਜੋਗੇ, ਨਾ ਹਿੰਦੀ, ਕਿਉਂਕਿ ਉਹਦੀ ਅਸੀਂ ਮੂਲ ਧੁਨ ਨਹੀਂ ਸਕਦੇ। ਉਹ ਜੇ ਕਹਿੰਦੇ ਨਾ ਜਿਵੇਂ ਲਿੰਗੁਇਸਟਿਕਸ ਵਾਲੇ ਕਹਿੰਦੇ ਆ ਵੀ ਜੇ ਆਪਣੀ ਮਾਂ ਬੋਲੀ ਨਹੀਂ ਆਉਂਦੀ ਤਾਂ ਸਮਝੋ ਕੋਈ ਭਾਸ਼ਾ ਨਹੀਂ ਆਪਾਂ ਸਿੱਖ ਸਕਦੇ। ਉਹਦਾ ਕਾਰਨ ਇਹੀ ਹੁੰਦਾ ਹੈ ਜੀ। ਮਤਲਬ ਤੁਸੀਂ ਕਿਹਾ ਨਾ ਕਿ ਇਹ ਸੰਭਵ ਹੈ, 100% ਸੰਭਵ ਹੈ, ਪਰ ਇਹਦੇ ਲਈ ਅਭਿਆਸ ਕਰਨਾ ਪਵੇਗਾ। ਔਰ ਉਹਦੇ ਲਈ 3 ਚੀਜ਼ਾਂ, ਇੱਕ ਧਿਆਨ, ਇੱਕ ਮੁਹਾਰਨੀ ਤੇ ਪੂਰੀ ਤਰ੍ਹਾਂ ਮਤਲਬ ਕਿ ਕਹਿ ਲਓ ਵੀ ਵਿਸ਼ੇਸ਼ਕਤਾ ਹਾਸਲ ਕਰਨੀ, ਤੇ ਇੱਕ ਥੋੜਾ ਅਭਿਆਸ। ਜੀ ਠੀਕ ਹੋ ਜਾਏਗਾ ਇਹ। ਡਾਕਟਰ ਸਾਹਿਬ, ਇੱਕ ਇਹਦੇ ਨਾਲ ਹੀ ਜੁੜਵਾਂ ਸਵਾਲ ਹੈ ਕਿ ਕਈ ਵਾਰੀ ਜਿਹੜੇ ਆਪਾਂ ਨੂੰ ਦੇਖਣ 'ਚ ਆਉਂਦਾ ਵੀ ਰਾਗੀ ਸਿੰਘ ਨੇ ਕੀਰਤਨ ਦੇ ਸਮੇਂ, ਕਿਉਂਕਿ ਸਾਰੀ ਬਾਣੀ ਰਾਗਾਤਮਕ ਹੈ, ਤਾਂ ਬਾਣੀ ਰਾਗਾਂ ਦੇ ਵਿੱਚ ਗੁਰੂ ਸਾਹਿਬ ਨੇ ਸਾਨੂੰ ਪ੍ਰਦਾਨ ਕੀਤੀ ਆ, ਤਾਂ ਇਸ ਤਰੀਕੇ ਨਾਲ ਜਿਹੜੇ ਰਾਗੀ ਸਿੰਘ ਨੇ ਉਹ ਗਾਇਨ ਦੇ ਵਿੱਚ, ਕੀਰਤਨ ਦੇ ਵਿੱਚ ਬਹੁਤ ਜ਼ਿਆਦੀਆਂ ਉਕਾਈਆਂ ਕਰ ਦਿੰਦੇ ਆ। ਕੀਰਤਨ ਵੇਲੇ ਵੀ ਸਾਡਾ ਉਚਾਰਨ ਇਹ ਮਾਤਰਾਵਾਂ ਲਾ ਕੇ ਹੋ ਸਕਦਾ ਜੀ? ਦੇਖੋ ਜੀ, ਬੜੀ ਇੰਟਰਸਟਿੰਗ ਗੱਲ ਦੱਸੀ ਹੈ। ਪੁਰਾਣੇ ਰਾਗੀ ਇਸ ਤਰ੍ਹਾਂ ਕਰਦੇ ਰਹੇ ਨੇ, ਸਾਡੀ ਪਰੰਪਰਾ 'ਚ ਰਹੀ ਹੈ। ਤੁਹਾਨੂੰ ਲੱਗਦਾ ਵੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਜਦੋਂ ਸਰੰਦੇ ਤੇ ਕੀਰਤਨ ਕਰਦੇ ਨੇ, ਉਹ ਬਿੰਦੀਆਂ ਟਿੱਪੀਆਂ ਲਾ ਕੇ ਕਰਦੇ ਨੇ? ਜੇ ਉਹ ਬਿੰਦੀਆਂ ਟਿੱਪੀਆਂ ਅਦਕ ਲਾ ਕੇ ਹੀ ਕਰਦੇ ਤਾਂ ਮਹਾਰਾਜ ਲਿਖ ਹੀ ਦਿੰਦੇ। ਉਹ ਵੀ ਤਾਂ ਕਰਦੇ ਹੀ ਨੇ। ਭਾਈ ਗੁਰਦਾਸ ਜੀ ਕਰਦੇ ਨੇ, ਬਾਬਾ ਬੁੱਢਾ ਜੀ ਕਰਦੇ ਨੇ। ਜੇ ਪੁਰਾਣੇ ਰਾਗੀ ਕਰ ਸਕਦੇ ਆ ਤਾਂ ਹੁਣ ਵਾਲੇ ਰਾਗੀ ਵੀ ਕਰ ਸਕਦੇ ਆ। ਹੁਣ ਕਾਰਨ ਹੈ ਸਾਡੇ ਮਨ ਵਿਚਲਿਤ ਥੋੜੇ ਹੋ ਗਏ। ਇਹ ਵੀ ਗੱਲ ਉੱਥੇ ਹੀ ਮਤਲਬ ਨਿਭਦੀ ਹੈ ਕਿ ਜੇ ਅਭਿਆਸ ਕਰਾਂਗੇ ਤਾਂ ਕੀਰਤਨ ਵੀ ਹੋ ਸਕਦਾ ਹੈ। ਦੂਜੀ ਗੱਲ ਇਹ ਹੈ ਵੀ ਸਾਡੇ ਰਾਗੀ ਸਿੰਘ ਰਾਗ ਵਿੱਚ ਕਾਫੀ ਮਾਹਰ ਹੋ ਜਾਂਦੇ ਨੇ, ਬਹੁਤ ਅੱਛਾ ਕੀਰਤਨ ਕਰਦੇ ਨੇ, ਬੜਾ ਮਨੋਹਰ ਕੀਰਤਨ ਕਰਦੇ ਨੇ, ਚਾਹੇ ਸਾਰੇ ਨਹੀਂ ਕਰਦੇ ਪਰ ਹੈਗੇ। ਉਹ ਉਹਨਾਂ ਧਿਆਨ ਦੇ ਨਾਲ ਸੰਥਿਆ ਤੇ ਵੀ ਲਾ ਲੈਣ, ਉਹਨਾਂ ਲਈ ਮਤਲਬ ਰਾਗ ਹੈ ਜਿਹੜਾ ਉਹ ਪ੍ਰਮੁੱਖ ਹੋ ਜਾਂਦਾ। ਬਾਣੀ ਦੂਜਾ ਕੁਦਰਤੀ ਹੈ ਵੀ ਜੇ 4 ਸਾਲ ਟ੍ਰੇਨਿੰਗ ਲੈਂਦੇ ਆ ਤਾਂ ਮਤਲਬ 4 ਸਾਲ ਰਾਗ ਨੂੰ ਹੀ ਪਕਾਈ ਜਾਂਦੇ ਆ। ਉਹ ਇਦਾਂ ਉਹਨਾਂ ਨੂੰ ਕਰਨਾ ਚਾਹੀਦਾ ਵੀ 2 ਸਾਲ ਰਾਗ ਤੇ ਲਾਉਣ, 2 ਸਾਲ ਸੰਥਿਆ ਤੇ ਲਾਉਣ, ਫਿਰ ਠੀਕ ਹੋ ਜਾਏਗਾ।
ਮਤਲਬ ਇਹ ਸਾਡੇ ਸੰਗਤ ਨੂੰ ਇਸ ਪਾਸੇ ਵੀ ਧਿਆਨ ਦੇਣ ਦੀ ਲੋੜ ਹੈ ਕਿ ਜਿਹੜੇ ਸਾਡੇ ਰਾਗੀ ਸਿੰਘ ਨੇ ਜਾਂ ਸਾਡੇ ਅੱਜ ਨੌਜਵਾਨ ਬੱਚੇ ਜਿਹੜੇ ਰਾਗੀ ਸਿੰਘ ਵਾਲੇ ਪਾਸੇ ਜਾ ਰਹੇ, ਰਾਗੀ ਬਣਨਾ ਚਾਹੁੰਦੇ ਆ, ਕੀਰਤਨ ਕਰਨਾ ਚਾਹੁੰਦੇ ਆ, ਉਹ ਜਿਹੜਾ ਉਚਾਰਨ, ਬਾਣੀ ਉਚਾਰਨ ਦੇ ਪਾਸੇ ਵੀ ਧਿਆਨ ਦੇਣ। ਗੁਰਬਾਣੀ ਉਚਾਰਨ ਇੰਪੋਰਟੈਂਟ ਹੈ, ਨਾ ਕਿ ਰਾਗ। ਜਿਹੜਾ ਰਾਗ ਆ ਉਹ ਦਜਾਲਾ ਹੈ, ਪ੍ਰਮੁੱਖ ਜਿਹੜਾ ਉਹ ਬਾਣੀ ਹੈ। ਸੋ ਡਾਕਟਰ ਸਾਹਿਬ ਬਹੁਤ ਹੀ ਅੱਛੀ ਗੱਲ ਤੁਸੀਂ ਕੀਤੀ ਹੈ। ਤਾਂ ਇੱਕ ਇਹ ਦੱਸੋ ਵੀ ਜਿਹੜੀਆਂ ਆਮ ਪਾਠਕ, ਆਮ ਸਧਾਰਨ ਸੰਗਤ ਜਦੋਂ ਪਾਠ ਕਰਦੀ ਹੈ, ਖਾਸ ਕਰਕੇ ਜਦੋਂ ਆਪਾਂ ਨਿਤਨੇਮ ਦੀ ਗੱਲ ਕਰਦੇ ਹਾਂ, ਨਿਤਨੇਮ ਕਰਨ ਲੱਗਿਆਂ ਆਮ ਤੁਹਾਡੇ ਹਿਸਾਬ ਨਾਲ ਕਿਹੜੀਆਂ ਉਕਾਈਆਂ ਸੰਗਤ ਕਰਦੀ ਹੈ, ਆਮ ਸਧਾਰਨ ਲੋਕ? ਦੇਖੋ, ਪਹਿਲਾਂ ਤਾਂ ਇਹਦਾ ਕਾਰਨ ਜਾਣੀਏ। ਕਾਰਨ ਉਹੀ ਹੈ ਬੇਧਿਆਨੀ, ਥੋੜਾ ਕਾਹਲ, ਹੈ ਨਾ ਜੀ। ਜੇ ਆਪਾਂ ਥੋੜਾ ਜਿਹਾ ਸਹਿਜ ਵਿੱਚ ਕਰੀਏ, ਜਿਵੇਂ ਹੁਣ ਮੈਂ ਸਹਿਜ ਬੋਲਿਆ ਜੀ, ਇਹਨੂੰ ਸਹਿਜ ਬੋਲਦੇ ਨੇ। ਹੁਣ ਸਹਿਜ ਸ਼ਬਦ ਨਹੀਂ, ਸੱਸਾ ਹਾਹਾ ਜੱਜਾ ਸਹਿਜ ਜਾਂ ਸੱਸਾ ਹਾਹਾ ਜੱਜੇ ਸਿਹਾਰੀ ਸਹਿਜੇ, ਇਹ ਸ਼ਬਦ ਹੈ। ਇਸੇ ਤਰ੍ਹਾਂ ਜਿਵੇਂ ਸ਼ਬਦ ਤੁਸੀਂ ਦੇਖੋ, ਰਾਗ ਨੇ ਗੁਰੂ ਗ੍ਰੰਥ ਸਾਹਿਬ ਦੇ, ਆਪਾਂ ਉਹਦੀ ਉਦਾਹਰਨ ਲੈ ਲਈਏ। ਰਾਗ ਹੈਗਾ ਕੇਦਾਰਾ ਜੀ, ਅਸੀਂ ਕਿਦਾਰਾ ਬੋਲਦੇ ਹਾਂ ਜੀ। ਰਾਗ ਹੈਗਾ ਬੈਰਾ, ਮਤਲਬ ਕਿ ਜਿਵੇਂ ਬਿਲਾਵਲ, ਇੱਕ ਵਾਵਾ ਇੱਕ ਲੱਲਾ ਹੈ। ਸ਼ਬਦ ਭਾਰ ਤੇ ਭਰ ਤੇ ਪਰ ਹੈ, ਭਾਰ ਪੂਰ, ਉਹ ਦੋਨਾਂ ਨੂੰ ਭਰਪੂਰ, ਦੋਨੇ ਥਾਂ ਭੱਬੇ ਬੋਲੇ ਗਏ ਜੀ ਜੀ। ਸ਼ਬਦ ਹੈਗਾ ਆਕਾਰ, ਉਹਨੂੰ ਆਕਾਰ ਕਹਿਤਾ, ਕੰਨਾ ਛੱਡਤਾ। ਇਹਨੂੰ ਤਕਨੀਕੀ ਭਾਸ਼ਾ 'ਚ ਕਹਿੰਦੇ ਨੇ ਕਿ ਕਈ ਚੀਜ਼ਾਂ ਦਾ ਲੋਪ ਹੋ ਜਾਣਾ, ਕਈਆਂ ਚੀਜ਼ਾਂ ਦਾ ਆਗਮ ਹੋ ਜਾਣਾ, ਕਈਆਂ ਚੀਜ਼ਾਂ ਦਾ ਰੂਪਾਂਤਰਨ ਹੋ ਜਾਣਾ ਜੀ। ਇਹ ਸਹਿਜ ਸੁਭਾਅ ਵਾਪਰਦਾ ਹੁੰਦਾ ਹੈ। ਪਰ ਗੁਰਬਾਣੀ ਪਾਠ ਕਰਨ ਵੇਲੇ ਜੇ ਅਸੀਂ ਧਿਆਨ ਦਈਏ ਤਾਂ ਇਹ ਕੋਈ ਮੁਸ਼ਕਿਲ ਗੱਲ ਨਹੀਂ। ਕੁਛ ਚੀਜ਼ਾਂ ਹੈਗੀਆਂ ਜਿਹੜੀਆਂ ਸੰਥਿਆ ਰਾਹੀਂ ਸਿੱਖੀਆਂ ਜਾਣਗੀਆਂ। ਜਿਵੇਂ ਉਦਾਹਰਨ ਵਜੋਂ ਆਪਾਂ ਲੈ ਲਈਏ ਕਿ ਜਿਹੜੀ ਅੰਤਮ ਟਿੱਪੀ ਹੈ, ਉਹ ਕਈ ਵੀਰ, ਕਈ ਗੁਰਸਿੱਖ ਭੈਣਾਂ ਵੀਰ ਗੱਗੇ 'ਚ ਬੋਲ ਜਾਂਦੇ ਨੇ, ਕਈ ਮੰਮੇ 'ਚ ਬੋਲ ਜਾਂਦੇ ਨੇ। ਸੰਸਕ੍ਰਿਤ 'ਚ ਮੰਮਾ ਬੋਲਿਆ ਜਾਂਦਾ ਹੈ, ਪਰ ਪਾਲੀ, ਪ੍ਰਾਕਿਰਤਾਂ, ਅਪਭ੍ਰੰਸ਼ਾਂ, ਪੰਜਾਬੀ, ਹਿੰਦੀ, ਸਿੰਧੀ, ਇਹਨਾਂ ਦੇ ਵਿੱਚ ਗੰਗਾ ਬੋਲਿਆ ਜਾਂਦਾ ਹਾਂ ਜੀ। ਇਵੇਂ ਸੈਭੰਗ, ਮਤਲਬ ਨਾਦੰਗ ਵੇਦੰਗ ਜੀ, ਨਾਦਮ ਵੇਦਮ ਮੰਮਾ ਨਹੀਂ ਹੈ ਨਾ, ਨਾਦੰਗ ਵੇਦੰਗ ਗੱਗਾ ਵੀ ਨਹੀਂ ਹੈ। ਇਹ ਥੋੜਾ ਮਤਲਬ ਕਿ ਸਿੱਖਣਾ ਅਭਿਆਸ ਨਾਲ ਆ ਜਾਊਗਾ। ਸਿੱਖਣ ਵਾਲੀਆਂ ਚੀਜ਼ਾਂ ਥੋੜੀਆਂ ਨੇ, ਅਭਿਆਸ ਵਾਲੀਆਂ ਤੇ ਧਿਆਨ ਦੇਣ ਵਾਲੀਆਂ ਚੀਜ਼ਾਂ ਗੁਰਬਾਣੀ 'ਚ ਜ਼ਿਆਦਾ ਨੇ, ਜਿਹੜੀਆਂ ਅਸੀਂ ਨਿੱਤ ਉਕਾਈਆਂ ਕਰਦੇ ਹਾਂ। ਜਿਵੇਂ ਧਨਾਸਰੀ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਰਾਗ ਦੇ ਸਪੈਲਿੰਗ ਦੋ ਨੇ, ਧਨਾਸਰੀ, ਧਨਾਸਰੀ, ਸੱਸਿਆਰੀ। ਹੁਣ ਜੇ ਆਪਾਂ ਧਿਆਨ ਦਈਏ ਤਾਂ ਇੱਕ ਜਿੱਥੇ ਸਿਹਾਰੀ ਲੱਗੀ ਉੱਥੇ ਸਿਹਾਰੀ ਬੋਲਦੀ ਹੈ, ਜਿੱਥੇ ਨਹੀਂ ਲੱਗੀ ਨਾ ਬੋਲੀਏ। ਇਸ ਤਰ੍ਹਾਂ ਰਾਗ ਸ੍ਰੀ ਰਾਗ ਹੈ, ਇੱਕ ਤਾਂ ਦੇਸੀ ਰੂਪ ਹੈ ਇਹਦਾ, ਸੱਸੇ ਸਿਹਾਰੀ ਰਾਰੇ ਕੰਨਾ ਕੱਗੇ ਅੰਕੁੜਾ, ਸ੍ਰੀ ਰਾਗ। ਇੱਕ ਪੈਰ ਚ ਰਾਗ, ਇਹਦਾ ਸ਼ਾਸਤਰੀ ਰੂਪ ਹੈ ਜੀ। ਦੋਨੋਂ ਇੱਕ ਸ਼ਾਸਤਰੀ ਰੂਪ ਹੈ, ਇੱਕ ਦੇਸੀ ਰੂਪ ਹੈ। ਉਹ ਇੱਕ ਤਾਂ ਹੈਗਾ ਸ੍ਰੀ ਰਾਗ, ਇੱਕ ਹੈਗਾ ਸ੍ਰੀ ਰਾਗ। ਇੱਕ ਤਾਂ ਸ੍ਰੀ ਹੈ, ਇੱਕ ਤਰ੍ਹਾਂ ਸ੍ਰੀ ਹੈ। ਜੇ ਆਪਾਂ ਧਿਆਨ ਦੇ ਦਈਏ ਕੋਈ ਮੁਸ਼ਕਿਲ ਨਹੀਂ। ਜਪਜੀ ਸਾਹਿਬ ਦੇ ਵਿੱਚੋਂ ਕੁਝ ਸਾਨੂੰ ਉਦਾਹਰਨ ਦਿਓਗੇ? ਹਾਂ, ਜਪਜੀ ਸਾਹਿਬ ਦੇ ਵਿੱਚ ਮੈਂ ਥੋੜਾ ਨੋਟ ਵੀ ਕਰਕੇ ਲਿਆਇਆ ਸੀਗਾ, ਤੇ ਮੈਂ ਤੁਹਾਨੂੰ ਸੌਖੀਆਂ ਦੱਸ ਦਿੰਦਾ। ਜਿਵੇਂ ਆਪਾਂ ਲਫ਼ਜ਼ ਵਰਤਦੇ ਹਾਂ, ਸੁਣਿਆ, ਅਸੀਂ ਗਲਤੀ ਇੱਕ ਅਚੇਤ ਕਰ ਰਹੇ ਹਾਂ। ਅੱਜ ਕੱਲ੍ਹ ਨਾ ਸਾਡੇ ਤੇ ਨਾਸਕੀਕਰਨ ਦਾ ਬਹੁਤ ਜ਼ਿਆਦਾ ਪ੍ਰਭਾਵ ਪੈ ਗਿਆ ਜੀ। ਭਾਸ਼ਾਵਾਂ 'ਚ ਪੈਂਦਾ, ਇਹ ਗੈਰ ਕੁਦਰਤੀ ਨਹੀਂ ਹੈ। ਇਹਦੇ ਕਈ ਇੱਕ ਮਨੋਵਿਗਿਆਨਕ ਕਾਰਨ ਵੀ ਨੇ, ਸਮਾਜਿਕ ਕਾਰਨ ਵੀ ਨੇ। ਉੱਧਰ ਆਪਾਂ ਜਾ ਨਹੀਂ ਸਕਦੇ, ਇੱਥੇ ਆਪਣਾ ਇਜਾਜ਼ਤ ਨਹੀਂ ਹੈ ਆਪਣੇ ਸਮੇਂ ਦੀ। ਤਾਂ ਗੁਰੂ ਕਾਲ ਵਿੱਚ ਜਿਵੇਂ ਗੋਬਿੰਦ ਤੇ ਗੋਬਿੰਦ ਦੋਨੋਂ ਲਫ਼ਜ਼ ਆਏ ਨੇ। ਗੋਬਿੰਦ ਅਪਭ੍ਰੰਸ਼ਾਂ ਦਾ ਹੈ ਜੀ। ਇੱਕੋ ਲਾਈਨ ਦੇਖੋ, ਮੇਰੇ ਯਾਦ ਆ ਰਹੀ ਹੈ ਜਪਜੀ ਸਾਹਿਬ ਦੀ, ਕਿਵ ਕਰ ਆਖਾ ਕਿਵ ਸਲਾਹੀ ਕਿਉ ਵਰਨੀ ਕਿਵ ਜਾਣਾ। 3 ਵਾਰ ਕਿਵ ਆਇਆ, ਕਿਵ ਕਰ ਆਖਾ ਕਿਵ ਸਲਾਹੀ। ਮੈਂ ਸਲਾਹੀ ਨਹੀਂ ਕਿਹਾ, ਸਲਾਹੀ, ਸੱਸੇ ਕੰਨਾ। ਕਿਉ ਵਰਨੀ ਕਿਵ ਜਾਣਾ, 2 ਵਾਰ ਕਿਉਂ ਆ ਗਿਆ। ਵਰਤਮਾਨ ਕਿਉਂ ਦਾ ਕਿਉਂ ਹੋ ਗਿਆ ਜੀ। ਗੁਰਬਾਣੀ ਵਿੱਚ ਪੁਰਾਣੇ ਰੂਪ ਵੀ ਪਏ ਨੇ, ਨਵੇਂ ਰੂਪ ਵੀ ਪਏ ਨੇ, ਕਿਉਂਕਿ ਗੁਰੂ ਕਾਲ ਸਾਹਿਬ ਦੇ ਸਮੇਂ ਦੀ ਜਿਹੜੀ ਭਾਸ਼ਾ ਹੈ ਉਹ ਅਪਭ੍ਰੰਸ਼ਾਂ, ਪੁਰਾਣੇ ਰੂਪ ਤਿਆਗ ਕੇ ਆਧੁਨਿਕ ਬੋਲੀਆਂ ਦਾ ਰੂਪ ਗ੍ਰਹਿਣ ਕਰ ਰਹੀਆਂ ਨੇ। ਕੋਈ ਸਿੰਧੀ ਬਣ ਰਹੀ ਹੈ, ਕੋਈ ਬੰਗਾਲੀ ਬਣ ਰਹੀ ਹੈ, ਕੋਈ ਪੰਜਾਬੀ ਬਣ ਰਹੀ ਹੈ, ਕੋਈ ਗੁਜਰਾਤੀ ਬਣ ਰਹੀ ਹੈ, ਕੋਈ ਇਸ ਤਰ੍ਹਾਂ ਦੀਆਂ। ਉਹ ਪੁਰਾਣੇ ਰੂਪ ਵੀ ਬਚੇ ਹੋਏ ਨੇ, ਨਵੇਂ ਰੂਪ ਵੀ ਆ ਗਏ। ਤਾਂ ਸਾਡੇ ਵੀਰ ਕਈ ਵਾਰ ਇਹ ਕਹਿੰਦੇ ਨੇ ਵੀ ਸ਼ਾਇਦ ਇਹ ਉਚਾਰਨ ਦਾ ਸੰਕੇਤ ਨੇ। ਉਚਾਰਨ ਸੰਕੇਤ ਨਹੀਂ, ਭਾਸ਼ਾਈ ਵਰਤਾਰਾ ਹੈ। ਅਸੀਂ ਪੁਰਾਣੇ ਰੂਪਾਂ ਨੂੰ ਵੀ ਸੁਰੱਖਿਅਤ ਰੱਖਣਾ, ਉਹਨਾਂ ਨੂੰ ਆਧੁਨਿਕ ਨਹੀਂ ਬਣਾ ਦੇਣਾ। ਸਾਰੰਗ ਰਾਗ ਵੀ ਹੈ, ਸਾਰੰਗ ਦੇ 17 ਸਪੈਲਿੰਗ ਮਿਲਦੇ ਨੇ ਰਾਗ, ਮਤਲਬ ਰਾਗ ਵਿਦਿਆ ਦੇ ਗ੍ਰੰਥਾਂ 'ਚ। ਗੁਰੂ ਸਾਹਿਬ ਨੇ 2 ਬਣਾਏ ਨੇ। ਅਸੀਂ ਦੋਨੋਂ ਹੀ ਸੁਰੱਖਿਅਤ ਰੱਖਣੇ। ਅਸੀਂ ਇਹ ਨਹੀਂ ਹੈਗਾ ਵੀ ਸਾਰਿਆਂ ਨੂੰ ਸਾਰੰਗ ਕਰ ਦਈਏ ਜੀ, ਠੀਕ ਹੈ ਨਾ। ਜਿਹੜੀਆਂ ਅਸੀਂ ਗਲਤੀਆਂ
ਅਚੇਤ ਕਰਦੇ ਆ, ਉਹ ਕਾਹਲ ਕਰਕੇ ਕਰਦੇ ਆ। ਉਹ ਆਮ ਤੌਰ ਤੇ ਕੰਨੇ ਦੀ ਕਰਦੇ ਆ ਇੱਕ ਤਾਂ, ਜੀ ਇੱਕ ਨਾਣੇ ਨੰਨੇ ਨੂੰ ਬਲਟ ਦਿੰਦੇ ਆ, ਨਾਣੇ ਦੀ ਜਗ੍ਹਾ ਨੰਨਾ, ਨੰਨੇ ਦੀ ਜਗ੍ਹਾ ਨਾਣਾ, ਬੱਬੇ ਦੀ ਜਗ੍ਹਾ ਵਾਵਾ, ਵਾਵੇ ਦੀ ਜਗ੍ਹਾ ਬੱਬਾ ਜੀ। ਇੱਕ ਅਸੀਂ ਮਤਲਬ ਕਿ ਜਿਹੜੀ ਕਰਦੇ ਆ ਗਲਤੀ ਧਿਆਨ, ਜਿਵੇਂ ਤੁਸੀਂ ਨਾਮ ਸ਼ਬਦ ਵਰਤੋ, ਆਪਾਂ ਬੋਲਦੇ ਹਾਂ ਨਾਮ। ਹੁਣ ਮੈਂ ਨੰਨੇ ਦੀ ਧੁਨੀ ਨਾਸਕੀ ਹੈ, ਪਰ ਜਿਹੜਾ ਲੱਗਿਆ ਨਾਲ ਕੰਨਾ ਹੈ, ਜਿਹਨੂੰ ਮੈਂ ਸਵਰ ਆ ਕਹਿਣਾ ਜੀ, ਉਹ ਤਾਂ ਨਹੀਂ ਨਾ ਨਾਸਕੀ ਜੀ, ਉਹਨੂੰ ਵੀ ਮੈਂ ਨਾਮ ਕਰਤਾ। ਜਦੋਂ ਕਹੇਗਾ ਉਹ ਨਾਮ, ਨਾਮ ਜਿਵੇਂ ਸੁਣਿਆ ਨਹੀਂ ਹੈਗਾ, ਸੁਣਿਆ, ਸੁਣਿਆ, ਉਹ ਨਾਣੇ ਕਰਕੇ ਐ ਵੀ ਅਸੀਂ ਬਣਾਤਾ। ਥੋੜਾ ਜਿਹਾ ਧਿਆਨ ਦਈਏ, ਕੋਈ ਸੁਣਿਆ ਜੀ ਜੀ। ਇਸੇ ਤਰ੍ਹਾਂ ਮਤਲਬ ਕਿ ਮੰਨਾ, ਮੰਨੇ, ਹਾਂ ਇਹ ਡਾਕਟਰ ਸਾਹਿਬ ਜੇ ਹੁਣ ਮੰਨੇ ਕਹਿਤਾ, ਸੌਰੀ ਜੀ ਜੀ, ਮੰਨੇ ਕਹਿਤਾ ਤਾਂ ਨੰਨੇ ਤੇ ਬਿੰਦੀ ਲੱਗ ਗਈ। ਜਦੋਂ ਕਿ ਨੰਨੇ ਤੇ ਨੰਨਾ ਆਪਣੇ ਆਪ ਚ ਨਾਸਕੀ ਹੈ, ਪਰ ਜਿਹੜਾ ਉੱਤੇ ਲਾਵਾਂ ਲੱਗਿਆ ਉਹ ਲਾਂ ਜਿਹੜੀ ਏ ਹੈ, ਈੜੀ ਲਾਵਾਂ ਏ, ਉਹ ਤਾਂ ਨਹੀਂ ਨਾ ਨਾਸਕੀ। ਇਹ ਬਸ ਥੋੜਾ ਧਿਆਨ ਦੀ ਲੋੜ ਹੈ। ਅਸੀਂ ਆਮ ਗਲਤੀਆਂ ਕੁਝ ਲੋਕ ਕਰ ਜਾਂਦੇ ਹਾਂ, ਕੁਝ ਆਗਮ ਮਤਲਬ ਨਵੇਂ ਸ਼ਬਦ ਕੋਲੋਂ ਲਾ ਲੈਂਦੇ ਹਾਂ, ਕੁਝ ਲੱਗੇ ਹੋਏ ਛੱਡ ਜਾਂਦੇ ਹਾਂ, ਕੁਝ ਬਦਲ ਦਿੰਦੇ ਆ। ਇਹ ਤਿੰਨ ਪ੍ਰਕਾਰ ਦੀਆਂ ਡਾਕਟਰ ਸਾਹਿਬ ਇਹ ਜਿਹੜਾ ਜ਼ਿਆਦਾ ਸੰਗਤ 'ਚ ਦੇਖਣ ਨੂੰ ਮਿਲਦਾ ਵੀ ਜਿਹੜੇ ਲਾਂ ਤੇ ਦਲਾਂ ਦਾ ਜਿਹੜੀ ਗਲਤੀ ਹੈ ਜਾਂ ਉਕਾਈ ਹੈ ਇਹ ਜ਼ਿਆਦਾ ਹੁੰਦੀ ਹੈ। ਜਿਵੇਂ ਗਾਵੇ ਕੋ ਤਾਣ, ਗਾਵੇ ਬੜੀ ਜਾਂਦੇ, ਗਾਵ ਹੈ ਉੱਥੇ ਜਿੱਥੇ ਉਹ ਬਜ਼ੁਰਗਾਂ ਤੋਂ ਹੋ ਜਾਂਦਾ ਹੈ। ਬਜ਼ੁਰਗਾਂ ਦੇ ਜਿਹੜਾ ਜੀਭ ਦਾ ਸਿਸਟਮ ਹੈ ਨਾ ਸਾਡਾ, ਜਿਹਨੂੰ ਉਚਾਰਨ ਅੰਗ ਕਹਿੰਦੇ ਆ, ਉਹ ਘੱਟ ਪੜਦਾ ਹੈ। ਅੱਛਾ ਜੀ। ਹਾਂ, ਬਜ਼ੁਰਗਾਂ ਨੂੰ ਵੇਲਾ ਕਹਿਣ ਦੀ ਵੀ ਨਹੀਂ ਲੋੜ, ਉਹ ਜਿਵੇਂ ਕਰਦੇ ਨੇ ਠੀਕ ਹੈ। ਜਿਹੜੇ ਨਵੇਂ ਨੌਜਵਾਨ ਨੇ, ਕਿਉਂਕਿ ਉਹਨਾਂ ਦਾ ਤਾਂ ਫਰੈਸ਼ ਹੁੰਦਾ ਸਾਰਾ ਕੁਝ, ਉਹ ਥੋੜਾ ਜਿਹਾ ਧਿਆਨ ਦੇਣ ਤਾਂ ਗਾਵੇ ਤੇ ਮਤਲਬ ਆਪਾਂ ਲਾਂ ਤੇ ਦਲਾਂ ਦੀ ਜਿਹੜੀ ਅਕਸਰ ਬਜ਼ੁਰਗਾਂ ਤੋਂ ਹੋਣੀ ਇਹ ਸੁਭਾਵਿਕ ਹੈ, ਕਿਉਂਕਿ ਉਹਨਾਂ ਦਾ ਉਚਾਰਨ ਅੰਗ ਸਿਥਲ ਹੋ ਜਾਂਦੇ ਨੇ, ਬੁੱਢੇ ਪੈ ਜਾਂਦੇ ਨੇ। ਜੀ ਜੀ। ਇਹ ਜਿਹੜੀ ਤੁਸੀਂ ਵਾਰ-ਵਾਰ ਲਿਪੀ ਦੀ ਗੱਲ ਕਰ ਰਹੇ ਸੀ ਡਾਕਟਰ ਸਾਹਿਬ, ਗੁਰਬਾਣੀ ਲਿਪੀ ਬਾਰੇ ਸਾਨੂੰ ਕੁਝ ਦੱਸੋ। ਗੁਰਬਾਣੀ ਲਿਪੀ ਗੁਰਮੁਖੀ ਲਿਪੀ ਹੈ ਜੀ। ਗੁਰਮੁਖੀ ਲਿਪੀ ਦੇ ਜਿਹੜੇ ਗੁਰੂ ਗ੍ਰੰਥ ਸਾਹਿਬ 'ਚ ਲਗਭਗ 42 ਕੁ ਧੁਨੀਆਂ ਨੇ, ਕੁੱਲ ਮਿਲਾ ਕੇ 35 ਅੱਖਰਾਂ ਦੀਆਂ ਨਾਲ ਜੇ ਆਪਾਂ ਲਗਾਂ ਲਾ ਦਈਏ ਜੀ, ਉਹ 42 ਧੁਨੀਆਂ ਸਿੱਖ ਲਈਏ ਜੇ ਅਸੀਂ ਗੁਰਬਾਣੀ ਪੜ੍ਹਨ ਲੱਗ ਜਾਵਾਂਗੇ, ਕੋਈ ਮੁਸ਼ਕਿਲ ਨਹੀਂ ਹੈ। ਅਤੇ ਗੁਰਮੁਖੀ ਜਿਹੜੀ ਲਿਪੀ ਹੈ ਉਹ ਗੁਰੂ ਅੰਗਦ, ਇੱਕ ਮੈਂ ਤੁਹਾਨੂੰ ਇਹਦੇ ਵਿੱਚ ਸ਼ਾਮਲ ਕਰਨੀ ਚਾਹੁੰਦਾ ਗੱਲ, ਭਾਸ਼ਾ ਅਤੇ ਲਿਪੀ 'ਚ ਨਾ ਬਹੁਤ ਸਾਰੇ ਫਰਕ ਹੁੰਦੇ ਨੇ, ਪਰ ਦੋ ਮੁੱਖ ਫਰਕ ਇਹ ਨੇ, ਕੋਈ ਵੀ ਭਾਸ਼ਾ ਦੂਜੀ ਭਾਸ਼ਾ ਦੇ ਵਿੱਚੋਂ ਪੈਦਾ ਹੁੰਦੀ ਹੈ ਜੀ, ਪਰ ਲਿਪੀ ਕਿਸੇ ਲਿਪੀ 'ਚੋਂ ਨਹੀਂ ਪੈਦਾ ਹੁੰਦੀ ਜੀ। ਲਿਪੀ ਹਮੇਸ਼ਾ ਸਿਰਜੀ ਜਾਂਦੀ ਹੈ, ਕੋਈ ਟੀਮ ਸਿਰਜਦੀ ਹੈ, ਕੋਈ ਵਿਅਕਤੀ ਸਿਰਜਦਾ। ਜੇ ਅਸੀਂ 4 ਜਾਣੇ ਬੈਠ ਕੇ ਸੋਚੀਏ ਕਿ ਭਾਸ਼ਾ ਕੱਢ ਲਾਂਗੇ, ਅਸੀਂ ਭਾਸ਼ਾ ਨਹੀਂ ਕੱਢ ਸਕਦੇ, ਸਿਰਫ ਪਰੰਪਰਾ 'ਚੋਂ ਮਿਲਦੀ ਹੈ ਜੀ। ਪਰ ਲਿਪੀ ਅਸੀਂ ਕੱਢ ਸਕਦੇ ਹਾਂ, 4 ਜਾਣੇ ਇਕੱਠੇ ਹੋ ਕੇ ਨਵੀਂ ਲਿਪੀ ਬਣਾ ਸਕਦੇ ਹਾਂ। ਐਵੇਂ ਬਣਾਈਆਂ ਗਈਆਂ ਨੇ ਬਹੁਤ ਸਾਰੀਆਂ ਜਿਹੜੀਆਂ ਕਬੀਲਿਆਂ ਦੀਆਂ ਅੱਜ ਵੀ ਭਾਰਤ ਵਿੱਚ ਲਗਭਗ, ਮੈਨੂੰ ਮੇਰੇ ਕੋਲ ਅੰਕੜਾ ਨਹੀਂ ਹੈ, ਕਿ ਕਬੀਲਿਆਂ ਦੀਆਂ ਲਗਭਗ 42 ਭਾਸ਼ਾਵਾਂ ਦੀਆਂ ਜੋ ਬੋਲੀਆਂ ਕਹਾਂਗੇ, ਉਹਨਾਂ ਦੀਆਂ ਲਿਪੀਆਂ ਅੰਗਰੇਜ਼ਾਂ ਨੇ ਬਣਾਈਆਂ ਨੇ, ਉਹ ਵੀ ਵਿਅਕਤੀਆਂ ਨੇ ਬਣਾਈਆਂ। ਬਰੇਲ ਲਿਪੀ ਉਹਨਾਂ ਲਈ ਬਣਾਈ ਹੈ, ਵਿਅਕਤੀ ਨੇ ਬਣਾਈ ਹੈ। ਇਸੇ ਤਰ੍ਹਾਂ ਗੁਰਮੁਖੀ ਲਿਪੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਹਜ਼ੂਰ ਦੇ ਦਰਬਾਰ ਵਿੱਚ, ਉਹਨਾਂ ਦੀ ਅਗਵਾਈ ਵਿੱਚ ਭਾਈ ਲਹਣਾ ਤੇ ਉਹਨਾਂ ਨਾਲ ਜੁੜੀ ਹੋਈ ਟੀਮ ਨੇ ਤਿਆਰ ਕੀਤੀ ਹੈ, ਨਿਰਮਾਣ ਕੀਤਾ ਹੈ। ਬਾਕੀ ਲਿਪੀਆਂ ਦੀ ਹੈਲਪ ਲਈ ਹੋਣੀ ਹੈ, ਲੈਂਦੇ ਹੀ ਹਨ। ਇੱਕ ਚਿੰਨ੍ਹ ਦਾ ਦੂਜੇ ਚਿੰਨ੍ਹ ਨਾਲ ਮਿਲ ਜਾਣਾ ਸਹਿਜ ਸੁਭਾਅ ਵਰਤਾਰਾ ਹੈ ਜੀ। ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਚਿੰਨ੍ਹ ਤੋਂ ਲਿਆ ਗਿਆ। ਠੀਕ ਡਾਕਟਰ ਸਾਹਿਬ, ਇਹ ਜਿਹੜੀ ਆਪਾਂ ਤੁਸੀਂ ਪਹਿਲੇ ਚਰਚਾ ਦੇ ਮੁੱਢਲੇ ਰੂਪ ਦੇ ਵਿੱਚ ਗੱਲ ਕੀਤੀ ਸੀ ਵੀ ਜਦੋਂ ਬਾਣੀ ਉਚਾਰਨ ਕਰਦੇ ਹਾਂ ਤਾਂ ਉਦੋਂ ਬਾਣੀ ਉਚਾਰਨ ਕਰਨ ਸਮੇਂ ਇੱਕ ਸਕੂਲ ਹੈ ਜਿਹੜਾ ਉਹ ਵਿਆਕਰਨ ਮੁਖੀ ਹੈ, ਮਤਲਬ ਵਿਆਕਰਨ ਦਾ ਜਿਹੜਾ ਪ੍ਰਭਾਵ ਹੈ ਉਹ ਉਚਾਰਨ ਦੇ ਉੱਤੇ ਬਹੁਤ ਜ਼ਿਆਦਾ। ਅੱਜ ਵੀ ਦੇਖਦੇ ਹਾਂ ਬਹੁਤੇ ਸੱਜਣ ਗੁਰਬਾਣੀ ਪੜ੍ਹਨ ਲੱਗਿਆ, ਉਹਨਾਂ ਦੀ ਕਿਤੇ ਅਚੇਤ ਸੁਚੇਤ ਮਨ ਦੇ ਵਿੱਚ ਇਹ ਹੁੰਦਾ ਵੀ ਬਾਣੀ ਦਾ ਜਿਹੜਾ ਗ੍ਰਾਮਰ ਪੱਖ ਹੈ ਉਹ ਸਹੀ ਹੋਣਾ ਚਾਹੀਦਾ। ਤੁਹਾਡੇ ਅਨੁਸਾਰ ਵੀ ਵਿਆਕਰਨ ਆ ਜਿਹੜੀ ਉਹਦਾ ਕਿੰਨਾ ਕੁ ਪ੍ਰਭਾਵ ਹੈ ਗੁਰਬਾਣੀ ਉੱਤੇ, ਜੇ ਆਪਾਂ ਕਹੀਏ ਉਹਦਾ ਕੀ ਰੋਲ ਹੈ ਨਾ ਜੀ। ਜੀ ਦੇਖੋ, ਥੋੜ੍ਹਾ ਜਿਹਾ ਆਪਾਂ ਵਿਆਕਰਨ ਬਾਰੇ ਸਮਝੀਏ ਨਾ। ਵਿਆਕਰਨ ਕਿਸੇ ਭਾਸ਼ਾ ਦੇ ਸਟਰਕਚਰ ਦਾ ਨਾਂ ਹੈ ਜੀ, ਉਹਦੀ ਸੰਰਚਨਾ ਦਾ, ਉਹਦੀ ਬਣਤਰ ਦਾ ਨਾਂ ਹੈ। ਬਣਤਰ ਦੀ ਜਗ੍ਹਾ ਵੀ ਅਸੀਂ ਸੰਰਚਨਾ ਜ਼ਿਆਦਾ ਲਫ਼ਜ਼ ਉਹ ਹੈ, ਬਣਤਰ ਥੋੜ੍ਹਾ ਜਿਹਾ ਬਾਹਰੀ ਪੱਖ ਰਹਿ ਜਾਂਦਾ ਹੈ, ਸੰਰਚਨਾ ਉਹਦੀ ਅੰਦਰਲੀ ਡੂੰਘ ਹੁੰਦੀ ਹੈ ਜੀ ਜੀ। ਆਮ ਤੌਰ 'ਤੇ ਜਦੋਂ ਅਸੀਂ ਕੋਈ ਵਿਦੇਸ਼ੀ ਭਾਸ਼ਾ ਸਿੱਖਣੀ ਹੋਵੇ ਆਪਣੀ ਮਾਂ ਬੋਲੀ ਤੋਂ ਬਿਨਾਂ, ਤਾਂ ਸਾਨੂੰ ਗ੍ਰਾਮਰ ਬਹੁਤ ਹੈਲਪ ਕਰਦੀ ਹੈ ਭਾਸ਼ਾ ਸਿੱਖਣ ਲਈ, ਹੈ ਨਾ ਜੀ। ਗ੍ਰਾਮਰ ਕਿਸੇ ਭਾਸ਼ਾ ਦੀ ਅਰਥ ਸੰਰਚਨਾ ਨੂੰ ਸਿਖਾਉਂਦੀ ਹੈ। ਜੇ ਆਪਾਂ ਸੌਖੇ ਅਰਥਾਂ 'ਚ ਆਪਣੀ ਗੱਲ ਕਰੀਏ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅਰਥਾਂ ਨੂੰ ਜਾਣਨ ਲਈ ਗ੍ਰਾਮਰ ਬਹੁਤ ਵੱਡੀ ਚੀਜ਼ ਹੈ, ਬਹੁਤ ਵੱਡਾ ਡਿਸਪਲਿਨ ਹੈ। ਉਚਾਰਨ ਨਾਲ ਇਹਦਾ ਸੰਬੰਧ ਨਹੀਂ ਹੈ, ਜਾਣੀ ਇਹ ਨਹੀਂ ਹੈਗਾ ਕਿ ਤੁਹਾਨੂੰ ਜੇ ਗ੍ਰਾਮਰ ਆਊ ਤੁਸੀਂ ਗੁਰਬਾਣੀ ਤਾਂ ਉਚਾਰ ਸਕੋਗੇ, ਨੋ।
ਗੁਰਬਾਣੀ ਗ੍ਰਾਮਰ ਸਿੱਖੇ ਬਿਨਾਂ ਵੀ ਜੇ ਤੁਹਾਨੂੰ ਗੁਰਮੁਖੀ ਆਉਂਦੀ ਹੈ ਤੁਸੀਂ ਉਚਾਰ ਸਕਦੇ ਹੋ ਜੀ। ਠੀਕ ਹੈ ਨਾ। ਜਿਵੇਂ ਉਦਾਹਰਨ ਵਜੋਂ ਸਾਹਮਣੇ ਲਿਖਿਆ ਹੋਇਆ THIS, ਸਾਨੂੰ ਨਹੀਂ ਪਤਾ ਇਹ ਪੜਨਾਮ ਹੈ, ਨਾਮ ਹੈ, ਲਿੰਗ ਹੈ, ਪੁਲਿੰਗ ਹੈ, ਕੁਝ ਨਹੀਂ ਪਤਾ। ਪਰ ਜੇ ਤੁਹਾਨੂੰ ਇਹ ਪਤਾ ਹੈ ਵੀ ਇਹ T ਹੈ, H ਹੈ, I ਹੈ, S ਹੈ, ਤੁਸੀਂ ਦਿਸ ਬੋਲ ਦੋਗੇ। ਦਿਸ ਦਾ ਜੇ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਅਰਥ ਕੀ ਹੈ, ਫਿਰ ਤੁਹਾਨੂੰ ਪਤਾ ਲੈਣਾ ਚਾਹੀਦਾ ਵੀ ਇਹ ਪੜਨਾਮ ਹੈ ਜੀ, ਨਾਮ ਹੈ ਜੀ, ਕੀ ਹੈ। ਇਸ ਤਰ੍ਹਾਂ ਜੇ ਅਸੀਂ ਗੁਰਬਾਣੀ ਦੇ ਸ਼ਬਦਾਂ ਦੇ ਅਰਥ ਜਾਣਨਾ ਚਾਹੁੰਦੇ ਹਾਂ, ਉਹਦਾ ਕੋਸ਼ ਤਿਆਰ ਕਰਨਾ ਚਾਹੁੰਦੇ ਹਾਂ, ਉਹਦੀ ਕਹਿ ਲਓ ਵੀ ਟੀਕਾ ਤਿਆਰ ਕਰਨਾ ਚਾਹੁੰਦੇ ਹਾਂ, ਉਸ ਦਾ ਮਤਲਬ ਸਟਰਕਚਰ ਸਮਝਣਾ ਹੈ, ਫਿਰ ਸਾਨੂੰ ਗ੍ਰਾਮਰ ਦੀ ਨਿਰੁਕਤੀ ਲਈ ਬਹੁਤ ਲੋੜ ਹੈ। ਠੀਕ ਹੈ ਜੀ। ਜੇ ਤੁਸੀਂ ਸਿਰਫ ਉਚਾਰਨ ਕਰਨਾ ਹੈ ਤਾਂ ਉਸਦਾ ਕੋਈ ਰੋਲ ਹੀ ਨਹੀਂ। ਜੀ। ਗ੍ਰਾਮਰ ਤੋਂ ਬਿਨਾਂ ਹੀ ਅਸੀਂ ਭਾਸ਼ਾ, ਸਾਨੂੰ ਪੰਜਾਬੀ ਦੀ ਗ੍ਰਾਮਰ ਆਉਂਦੀ ਨਹੀਂ, ਅਸੀਂ ਫਿਰ ਵੀ ਬੋਲੀ ਜਾ ਰਹੇ ਹਾਂ। ਅਸੀਂ ਬਿਨਾਂ, ਸਾਡੀਆਂ ਮਾਵਾਂ ਨੂੰ ਉਹ ਖੂਬਸੂਰਤ ਪੰਜਾਬੀ ਬੋਲਦੀਆਂ ਨੇ, ਉਹ ਗ੍ਰਾਮਰ ਸਿੱਖ ਕੇ ਥੋੜ੍ਹਾ ਬੋਲਦੀਆਂ ਨੇ ਜੀ। ਠੀਕ ਹੈ ਨਾ। ਗੁਰਬਾਣੀ ਉਚਾਰਨ ਵਿੱਚ ਗ੍ਰਾਮਰ ਦਾ ਕੋਈ ਰੋਲ ਨਹੀਂ, ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਅਨਇੰਪੋਰਟੈਂਟ ਹੈ ਜੀ। ਗ੍ਰਾਮਰ ਆਉਂਦੀ ਹੋਵੇ ਬਹੁਤ ਅੱਛੀ ਗੱਲ ਹੈ ਜੀ, ਪਰ ਜੇ ਕਿਸੇ ਨੇ ਅਰਥਾਂ ਵੱਲ ਜਾਣਾ ਹੈ, ਅਰਥ, ਇਹ ਵੀ ਤੁਹਾਨੂੰ ਇੱਕ ਦਿਲਚਸਪ ਗੱਲ ਦੱਸ ਦੇਵਾਂ ਕਿ ਗੁਰਬਾਣੀ ਦੀ ਜਿਹੜੀ ਗ੍ਰਾਮਰ ਆ ਜਾਂ ਵਿਆਕਰਣ ਆ, ਉਹ ਅਰਥਾਂ 'ਚ ਵੀ ਸਹਾਇਤਾ ਕਰਦੀ ਹੈ, ਅਰਥ ਦੱਸਦੀ ਨਹੀਂ। ਅਰਥ ਤਾਂ ਜਾਂ ਤਾਂ ਨਿਰੁਕਤੀ ਦੱਸਦੀ ਹੁੰਦੀ ਹੈ, ਯਾਨੀ ਧਾਤੂ ਦੱਸਦਾ ਜੀ, ਜਾਂ ਉਹਦਾ ਪ੍ਰਸੰਗ ਦੱਸਦਾ ਹੈ, ਜਾਂ ਫਿਰ ਬੰਦੇ ਦੀ ਆਪਣੀ ਬੁੱਧੀ ਹੈ ਕਿ ਉਹ ਕਿੰਨਾ ਗਹਿਰਾ ਜਾ ਸਕਦਾ ਹੈ, ਚੀਜ਼ਾਂ ਨੂੰ ਕਿੰਨਾ ਲੱਭ ਸਕਦਾ ਹੈ। ਉੱਦਾਂ ਗ੍ਰਾਮਰ ਨੇ ਸਿਰਫ ਸ਼ਬਦਾਂ ਦੀ ਸ਼੍ਰੇਣੀ ਸੈੱਟ ਕਰਨੀ ਹੈ। ਉਹਨੇ ਦੱਸਣਾ ਹੈ ਕਿ ਇਹ ਵਰਬ ਹੈ, ਇਹ ਲਾਮ ਹੈ, ਇਹ ਕਿਰਿਆ ਹੈ, ਇਹਦਾ ਲਿੰਗ ਕਿਹੜਾ ਹੈ, ਇਹਦਾ ਬਚਨ ਕਿਹੜਾ ਹੈ, ਇਹਦਾ ਕਾਲ ਕਿਹੜਾ ਹੈ। ਇਹ ਕੁਝ ਦੱਸਣਾ ਗ੍ਰਾਮਰ ਦਾ ਕੰਮ ਹੈ, ਇਹ ਨਹੀਂ ਦੱਸਣਾ ਕਿ ਇਹਨੂੰ ਪੜ੍ਹਨਾ ਕਿਵੇਂ। ਠੀਕ। ਡਾਕਟਰ ਸਾਹਿਬ, ਅੱਜ ਦੀ ਇਸ ਵਿਸ਼ੇਸ਼ ਜਿਹੜੀ ਵਾਰਤਾਲਾਪ ਸੀ ਗੁਰਬਾਣੀ ਉਚਾਰਨ ਦੀ, ਇਹਦਾ ਇੱਕ ਅੱਜ ਦਾ ਇੱਕ ਅੰਤਿਮ ਜਿਹੜਾ ਪ੍ਰਸ਼ਨ ਹੈ ਮੇਰਾ ਆਪ ਜੀ ਕੋਲੇ, ਕੀ ਤੁਹਾਡਾ ਖਿਆਲ ਹੈ ਕਿ ਸਿੱਖ ਪੰਥ ਦੇ ਵਿੱਚ ਜਿੰਨੇ ਇਹ ਵੱਖੋ ਵੱਖਰੀਆਂ ਸੰਪਰਦਾਵਾਂ, ਸੰਸਥਾਵਾਂ ਦੇ ਆਪੋ ਆਪਣੇ ਜਿਹੜੇ ਪ੍ਰਚਾਰ ਢੰਗ ਨੇ ਗੁਰਬਾਣੀ ਉਚਾਰਨ ਦੇ, ਕੀ ਇਹ ਇੱਕ ਹੋ ਸਕਦੇ ਨੇ? ਇਕਸਾਰਤਾ ਹੋ ਸਕਦੀ ਹੈ। ਇਕਸਾਰਤਾ ਹੋ ਸਕਦੀ ਹੈ ਵੀ ਜਿਵੇਂ ਤੁਸੀਂ ਸਾਨੂੰ ਦੱਸਿਆ, ਸੰਗਤ ਨੂੰ ਦੱਸਿਆ ਵੀ ਗੁਰਬਾਣੀ ਉਵੇਂ ਪੜ੍ਹਨੀ ਚਾਹੀਦੀ ਜਿਵੇਂ ਲਿਖੀ ਹੈ, ਭਾਵ ਮਾਤਰਾਵਾਂ ਲਾ ਕੇ ਪੜ੍ਹਨੀ ਚਾਹੀਦੀ ਹੈ। ਕੀ ਆਪਾਂ ਸਾਰੇ ਪੰਥ ਨੂੰ ਇਸ ਇੱਕ ਪਲੇਟਫਾਰਮ 'ਤੇ ਇਹ ਸਮਝਾ ਸਕਦੇ ਹਾਂ ਵੀ ਬਾਣੀ ਇੱਦਾਂ ਹੀ ਪੜ੍ਹਨੀ ਚਾਹੀਦੀ ਹੈ? ਦੇਖੋ, ਅਸੀਂ ਤਾਂ ਪਤਾ ਨਹੀਂ ਸਮਝਾ ਸਕਦੇ ਨਹੀਂ ਹੈਗੇ, ਉਹ ਤਾਂ ਵਾਹਿਗੁਰੂ ਮਿਹਰ ਕਰੇ। ਪਰ ਜੇ ਅਸੀਂ ਕਦੋਂ ਤਾਂ ਇਕੱਠੇ ਸਾਨੂੰ ਹੋਣਾ ਹੀ ਪਏਗਾ, ਕਦੇ ਤਾਂ ਇੱਕ ਕੋਈ ਧਾਰਨਾ ਬਣਾਉਣੀ ਹੀ ਪਵੇਗੀ, ਤਾਂ ਅਸੀਂ ਉਸ ਮੌਕੇ ਫੋਲੋ ਕਿਹਨੂੰ ਕਰਾਂਗੇ? ਉਹ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੂੰ ਕਰਾਂਗੇ ਜੀ। ਉਸ ਮੌਕੇ ਅਸੀਂ ਕਿਸੇ ਡੇਰੇ ਨੂੰ ਫੋਲੋ ਨਹੀਂ ਕਰਾਂਗੇ, ਕਿਸੇ ਕਾਲਜ ਨੂੰ ਫੋਲੋ ਨਹੀਂ ਕਰਾਂਗੇ, ਕਿਸੇ ਵਿਅਕਤੀ ਨੂੰ ਫੋਲੋ ਨਹੀਂ ਕਰਾਂਗੇ ਜੀ। ਅਸੀਂ ਜੇ ਇਹ ਪੰਥ ਮੰਨ ਲੈ ਕੇ ਅਸੀਂ ਇੱਕ ਕਰਨਾ ਹੈ, ਤਾਂ ਸਾਨੂੰ ਸਾਡਾ ਕੇਂਦਰ ਇਸੇ ਤੇ ਨਿਰਭਰ ਹੋਊ ਵੀ ਬਾਕੀ ਸਾਰਾ ਕੁਝ ਛੱਡੋ, ਉਵੇਂ ਪੜ੍ਹੋ ਜਿਵੇਂ ਲਿਖਿਆ ਹੋਇਆ। ਜੇ ਉਸਦਾ ਕਾਰਨ ਕੀ ਹੈ? ਤਾਂ ਵਿਸ਼ਰਾਮ ਚਿੰਨ੍ਹ ਲੈ ਲਈ ਆਪਾਂ, ਤੁਹਾਡੇ ਵਿਸ਼ਰਾਮ ਤੇ ਮੇਰੇ ਵਿਸ਼ਰਾਮ ਮਿਲਣਗੇ ਨਹੀਂ। ਕਾਰਨ ਕਿਉਂਕਿ ਵਿਸ਼ਰਾਮ ਦਾ ਸੰਬੰਧ ਅਰਥ ਨਾਲ ਹੈ, ਉਚਾਰਨ ਨਾਲ ਨਹੀਂ ਸੰਬੰਧ। ਕਵਿਤਾ ਵਿੱਚ ਵਿਸ਼ਰਾਮ ਨਹੀਂ ਹੁੰਦਾ, ਕਵਿਤਾ ਵਿੱਚ ਛੰਦ ਦੀ ਚਾਲ ਹੁੰਦੀ ਹੈ। ਜਿੱਥੇ ਤੱਕ ਮੇਰਾ ਸਾਹ ਜਾਂਦਾ ਮੈਂ ਪੜ੍ਹਦਾ। ਜਦੋਂ ਉਹਦੀ ਧੁਨੀ ਦਾ ਮੰਨਣਾ ਨਾ ਅਸੀਂ, ਜੇ ਮੈਂ ਉਹਦੇ ਅਰਥ ਕਰਨ ਲੱਗਾਂਗਾ ਫਿਰ ਮੈਂ ਉਹਦੇ ਕੌਮੇ ਵੀ ਲਾਵਾਂਗਾ। ਅਰਥਾਂ ਵੇਲੇ ਜਦੋਂ ਮੈਂ ਸੋਚਾਂਗਾ ਤਾਂ ਮੈਂ ਜਿਵੇਂ ਅਰਥ ਸੋਚਾਂਗਾ ਉਵੇਂ ਕੌਮੇ ਲਾ ਦਾਂਗਾ, ਜਿਵੇਂ ਤੁਸੀਂ ਸੋਚੋਗੇ ਉਵੇਂ ਕੌਮੇ ਲਾ ਦਾਂਗੇ। ਤੇ ਸਾਡੇ ਦੋ ਜਣਿਆਂ ਦੇ ਨਹੀਂ ਕੌਮੇ ਮਿਲਣਗੇ ਤੇ ਪੰਥ ਦੇ ਕੌਮੇ ਕਿਵੇਂ ਮਿਲ ਜਾਣਗੇ? ਤੇ ਫੈਸਲਾ ਕਿੱਥੇ ਹੋਏਗਾ ਵੀ ਲਾਉਣਾ ਹੀ ਨਹੀਂ, ਅਰਥਾਂ ਵਿੱਚ ਲਾਈ ਜਾਓ। ਠੀਕ ਹੈ, ਅਰਥਾਂ ਵਿੱਚ ਕੌਮੇ ਲੱਗ ਜਾਣਗੇ, ਸਾਨੂੰ ਇਤਰਾਜ਼ ਵੀ ਕੋਈ ਨਹੀਂ। ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਕੌਮੇ ਲੱਗਣੇ ਚਾਹੀਦੇ, ਨਾ ਉਚਾਰਨ 'ਚ ਲੋੜ ਹੈ ਇਹਨਾਂ ਦੀ, ਅਰਥ ਕਰਨ ਵੇਲੇ ਕੌਮਿਆਂ ਦੀ ਲੋੜ ਹੈ। ਮਤਲਬ ਦੇਖੋ, ਕੋਈ ਵੀ ਚੀਜ਼ ਹੈ ਜਿਹੜੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਹਜ਼ੂਰ ਨੇ ਸਾਨੂੰ ਬਾਣੀ ਐਡਿਟ ਕਰਕੇ ਦਿੱਤੀ ਹੈ, ਇੱਕ ਸਿਸਟਮ ਬਣਾ ਕੇ ਦਿੱਤਾ ਉਹਦਾ ਜੀ। ਥਾਂ ਥਾਂ ਤੋਂ ਕਲੈਕਟ ਕਰਕੇ ਗੁਰੂ ਕਾਲ ਦੀ ਪਰੰਪਰਾ 'ਚੋਂ ਉਹਨਾਂ ਨੂੰ ਪੋਥੀਆਂ ਮਿਲੀਆਂ, ਗੁਟਕਿਆਂ ਦੇ ਰੂਪ ਵਿੱਚ, ਪੋਥੀਆਂ ਦੇ ਰੂਪ ਵਿੱਚ, ਪੱਤਰਿਆਂ ਦੇ ਰੂਪ ਵਿੱਚ। ਠੀਕ ਹੈ, ਉਹਨਾਂ ਨੇ ਸਾਰਿਆਂ ਨੇ ਉਹਨੂੰ ਗੁਰਮੁਖੀ ਲਿਪੀ 'ਚ ਇੱਕ ਵਿਧੀ ਵਿਉਂਤ ਬਣਾ ਕੇ ਦਿੱਤਾ ਜੀ। ਉਹ ਸਾਡੇ ਲਈ ਫਾਈਨਲ ਇਟਰਨਲ ਟੈਕਸਟ ਹੈ ਸਾਡਾ ਜੀ। ਉਹਦੇ ਵਿੱਚ ਅਸੀਂ ਇੱਕ ਵੀ ਅੱਖਰ ਨਾ ਵੱਧ ਕਰ ਸਕਦੇ ਹਾਂ ਨਾ ਘੱਟ ਕਰ ਸਕਦੇ ਹਾਂ ਉਚਾਰਨ ਵਿੱਚ। ਠੀਕ ਹੈ, ਜਦੋਂ ਉਹਦੇ ਅਰਥ ਕਰਾਂਗੇ ਉਦੋਂ ਉਹਨੂੰ ਅਸੀਂ ਮਾਡਰਨ ਭਾਸ਼ਾ ਵਿੱਚ, ਵਰਤਮਾਨ ਭਾਸ਼ਾ ਲੱਗੇ। ਅੱਜ ਤੋਂ 500 ਸਾਲ ਬਾਅਦ ਫਿਰ ਹੋਰ ਨਵੀਂ ਭਾਸ਼ਾ ਆਊ। ਜੇ ਉੜੀਆ 'ਚ ਜਾ ਕੇ ਕਰੋਗੇ ਤੁਸੀਂ, ਉੱਥੇ ਉੜੀਆ ਦਾ ਮੁਹਾਵਰਾ ਵਰਤੋਗੇ। ਗੁਜਰਾਤੀ ਜਾਓਗੇ ਗੁਜਰਾਤੀ, ਪਰ ਉਚਾਰਨ ਗੁਰਮੁਖੀ ਦਾ ਹੀ ਰਹੇਗਾ ਜੀ ਜੀ। ਠੀਕ ਹੈ ਨਾ। ਇਸ ਕਰਕੇ ਇਹ ਗੱਲ ਹੈਗੀ ਆ ਵੀ ਇੱਕ ਨਾ ਇੱਕ ਦਿਨ ਤਾਂ ਸਾਨੂੰ ਇਕੱਠੇ ਹੋਣਾ ਹੀ ਪਏਗਾ ਜੀ। ਤੇ ਜਦੋਂ ਇਕੱਠੇ ਹੋਵਾਂਗੇ ਤਾਂ ਉਦੋਂ ਅਸੀਂ ਗੁਰੂ ਅਰਜਨ ਦੇਵ ਪਾਤਸ਼ਾਹ ਹਜ਼ੂਰ ਇਹਦੇ ਜਿਹੜੇ ਸੰਪਾਦਕ ਨੇ ਉਹਨਾਂ ਨੂੰ ਫੋਲੋ ਕਰਾਂਗੇ ਜੀ। ਤੇ ਉਹ ਚੰਗੀ ਗੱਲ ਹੈ ਜੇ ਅਸੀਂ ਪਹਿਲਾਂ ਹੀ ਕਰ ਲਈਏ। ਬਿਲਕੁਲ, ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ। ਤੁਸੀਂ ਬਹੁਤ ਹੀ ਸੰਗਤ ਨੂੰ ਅੱਜ ਦੀ ਇਸ ਵਾਰਤਾਲਾਪ ਵਿੱਚ
ਬਹੁਤ ਵੱਡਮੁੱਲੀ ਜਾਣਕਾਰੀ ਦਿੱਤੀ ਗੁਰਬਾਣੀ ਉਚਾਰਨ ਦੇ ਸੰਬੰਧ ਵਿੱਚ। ਅਸੀਂ ਬਹੁਤ ਹੀ ਤਹਿ ਦਿਲੋਂ ਤੁਹਾਡੇ ਧੰਨਵਾਦੀ ਹਾਂ, ਤੁਸੀਂ ਸਮਾਂ ਦਿੱਤਾ ਸਾਨੂੰ। ਸੋ ਗੁਰੂ ਪਿਆਰੇ ਖਾਲਸਾ ਜੀਓ, ਇਹ ਸਨ ਡਾਕਟਰ ਗੁਰਮੇਲ ਸਿੰਘ ਜੀ, ਜਿਨ੍ਹਾਂ ਨੇ ਬਹੁਤ ਹੀ ਵੱਡਮੁੱਲੀ ਜਾਣਕਾਰੀ ਦਿੱਤੀ ਗੁਰਬਾਣੀ ਉਚਾਰਨ ਦੇ ਸੰਬੰਧ ਵਿੱਚ। ਬੜੇ ਐਸੀਆਂ ਇਹਨਾਂ ਨੇ ਕੁਝ ਸਮੇਂ ਦੀ ਨਜ਼ਾਕਤ ਨੂੰ ਮੁੱਖ ਰੱਖਦੇ ਹੋਏ ਅਸੀਂ ਇਹਨਾਂ ਤੋਂ ਡਿਟੇਲ ਦੇ ਵਿੱਚ ਪੂਰੀ ਜਾਣਕਾਰੀ ਨਹੀਂ ਲੈ ਸਕੇ, ਪਰੰਤੂ ਫਿਰ ਵੀ ਸਾਨੂੰ ਇਹਨਾਂ ਨੇ ਬਹੁਤ ਸੀਮਿਤ ਸਮੇਂ ਵਿੱਚ ਬਹੁਤ ਵੱਡੀ ਵੱਡਮੁੱਲੀ ਜਾਣਕਾਰੀ ਦਿੱਤੀ ਹੈ ਕਿ ਗੁਰਬਾਣੀ ਉਚਾਰਨ ਦੇ ਸਾਡੇ ਕੀ ਰੁਝਾਨ ਚੱਲ ਰਹੇ ਨੇ ਅਤੇ ਗੁਰਬਾਣੀ ਸਾਡਾ ਉਚਾਰਨ ਕਰਨਾ ਕਿੱਦਾਂ ਚਾਹੀਦਾ ਹੈ। ਜਿਹੜਾ ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਗੁਰਬਾਣੀ ਦਾ ਉਚਾਰਨ ਕਰਨ ਸਮੇਂ ਮਾਤਰਾਵਾਂ ਲਾ ਕੇ ਹੀ ਗੁਰਬਾਣੀ ਪੜ੍ਹਨੀ ਚਾਹੀਦੀ ਹੈ। ਜਿਵੇਂ ਗੁਰੂ ਸਾਹਿਬ ਨੇ ਬਾਣੀ ਲਿਖੀ ਹੈ ਉਵੇਂ ਹੀ ਪੜ੍ਹਨੀ ਚਾਹੀਦੀ ਹੈ। ਉਹਦਾ ਅਰਥ ਕਰਨ ਨਾਲ, ਅਰਥਾਂ ਨਾਲ, ਵਿਆਕਰਨ ਨਾਲ ਕੋਈ ਸੰਬੰਧ ਨਹੀਂ ਗੁਰਬਾਣੀ ਉਚਾਰਨ ਦਾ। ਸੋ ਮੈਨੂੰ ਆਸ ਹੈ ਕਿ ਸਾਡੀ ਸੰਗਤ ਨੂੰ ਅੱਜ ਦੀ ਇਸ ਵਾਰਤਾਲਾਪ ਤੋਂ ਬਹੁਤ ਲਾਹਾ ਹੋਏਗਾ। ਸੋ ਇਸੇ ਤਰ੍ਹਾਂ ਤੁਸੀਂ ਗੁਰਬਾਣੀ ਗੋਲਡਨ ਗੁਰਬਾਣੀ ਚੈਨਲ ਨਾਲ ਜੁੜੇ ਰਹੋ, ਤਾਂ ਜੋ ਅਸੀਂ ਆਉਣ ਵਾਲੇ ਸਮੇਂ ਵਿੱਚ ਵੀ ਆਪ ਜੀ ਲਈ ਵੱਖਰੇ ਇਸ ਤਰ੍ਹਾਂ ਦੇ ਇਸ ਕਿਸਮ ਦੇ ਜਿਹੜੀ ਵਾਰਤਾਲਾਪ ਹੈ ਉਹ ਲੈ ਕੇ ਆਵਾਂਗੇ। ਇਤਨੀਆਂ ਕਿ ਉਹ ਬੇਨਤੀਆਂ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।